वाहिगुरु जी का खालसा वाहिगुरु जी की फतेह। गुरु प्यारी गुरु सवारी साध संगत आप जी सवेर दी इस ऑनलाइन गुरमत क्लास दे विच जुड़ चुके हो, जिस विच आप जी लड़ीवार सिख इतिहास सरवण कर रहे हो। साफ सुथरा बोला सिख राज किवें गया, इहदे बारे आपां पिछले दिनां तो विचार चर्चा कर रहे हैं। आप जी ने हुण तक सरवण कीता है कि किवें अंग्रेजां ने पंजाब दे उपर कब्जा कर लिया ते हुण उन्हां दी दिली ख्वाहिश है कि पंजाब नूं जल्दी तो जल्दी अपने अधीन कीता जावे। भावें कि वो इस काम नूं अंजाम दे सकदे सी, पर उन्हां नूं पता सी कि जे सिखां दे विच अणख ते गैरत हैगी आ ते उन्हां ने सानूं खत्म कर देना, साडे पैर नहीं पंजाब च लगण देने। ते ਉਹ ਇਹਦੇ ਬਾਰੇ ਜਾਣਦੇ ਸਨ ਕਿਵੇਂ ਸਿੱਖਾਂ ਨੇ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਸਿੱਖ ਸਨ ਜਿਨ੍ਹਾਂ ਨੇ ਅਬਦਾਲੀ ਵਰਗਿਆਂ ਦੇ ਪੈਰ ਨਹੀਂ ਲੱਗਣ ਦਿੱਤੇ, ਉਹਨਾਂ ਨੂੰ ਪਤਾ ਸੀ ਕਿ ਜੇ ਅਸੀਂ ਇਹਨਾਂ ਤੇ ਚੜ੍ਹਾਈ ਕੀਤੀ ਇਹਨਾਂ ਸਾਡਾ ਵੀ ਕੁਝ ਰਹਿਣ ਨਹੀਂ ਦੇਣਾ। ਇਸ ਕਰਕੇ ਅੰਗਰੇਜ਼ ਹੌਲੀ ਹੌਲੀ ਪੰਜਾਬ ਦੇ ਵਿੱਚ ਵੜਨਾ ਸ਼ੁਰੂ ਹੋ ਗਏ। ਸ਼ਰਤਾਂ ਸੰਧੀਆਂ ਹੋਣੀਆਂ ਸ਼ੁਰੂ ਹੋਈਆਂ ਤੇ ਜਦੋਂ ਪਹਿਲੀ ਸੰਧੀ ਹੋਈ ਆ ਲਾਹੌਰ ਦੀ, ਉਸ ਤੋਂ ਬਾਅਦ ਫਿਰ ਇਹ ਗੱਲ ਪੱਕੀ ਹੋਈ ਕਿ 1 ਸਾਲ ਵਾਸਤੇ ਅੰਗਰੇਜ਼ ਫੌਜ ਜਿਹੜੀ ਹੈ ਉਹ ਇੱਥੇ ਰਹੇਗੀ ਲਾਹੌਰ ਦੇ ਵਿੱਚ। ਤੇ ਜਦੋਂ ਸਾਲ ਪੂਰਾ ਹੋਣ ਤੇ ਆ ਗਿਆ, ਫਿਰ ਸਾਧ ਸੰਗਤ ਇਹਨਾਂ ਨੇ ਇਹ ਵਿਉਂਤਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਹੁਣ ਪੰਜਾਬ ਦੇ ਵਿੱਚ ਥੋੜੇ ਜਿਹੇ ਅੰਗਰੇਜ਼ ਤਾਂ ਵੀ ਰੱਖੇ ਜਾਣ। ਸੋ ਫਿਰ ਵੀ ਫੈਡਰਿਕ ਕਰੀ ਨਾਮ ਦਾ ਇੱਕ ਇਹਨਾਂ ਦਾ ਸਕੱਤਰ ਸੀ, ਉਹਨੇ ਦਲੀਪ ਸਿੰਘ ਨੂੰ ਜਿਹੜਾ ਸੀ ਸਰਪ੍ਰਸਤੀ ਦੇਣ ਦੇ ਬਹਾਨੇ ਨਾਲ ਇਹ ਗੱਲ ਲਿਖ ਕੇ ਭੇਜ ਦਿੱਤੀ ਕਿ ਇੱਥੇ ਪੰਜਾਬ ਦੇ ਵਿੱਚ 200 ਦੇ ਕਰੀਬ ਫੌਜ ਰਹੇਗੀ, ਇੱਕ ਪਲਟਨ ਰਹੇਗੀ, ਬਾਕੀ ਦੇ ਸਿੱਖ ਜਿਹੜੇ ਅੰਗਰੇਜ਼ ਉਹ ਬਾਹਰ ਜਾ ਸਕਦੇ ਆ ਵਾਪਸ। ਤੇ ਨਾਲ ਉਹਨਾਂ ਦੇ ਇੱਕ ਪਲਟਨ ਜਿਹੜੀ ਹੈ ਇੱਥੇ ਤਿਆਰ ਰਹੇਗੀ, ਜਿਹੜੀ ਸਾਰਾ ਪ੍ਰਬੰਧ ਵੇਖੇਗੀ। ਤੇ ਇਹ ਅਹਿਦਨਾਮਾ ਜਿਹੜਾ ਕੀਤਾ ਗਿਆ, ਪਹਿਲਾ ਅਹਿਦਨਾਮੇ ਦੇ ਨਾਲ ਹੀ ਇਹ ਜਿਹੜਾ ਸੀ ਸੰਧੀ ਕੀਤੀ ਗਈ। ਇਸੇ ਪ੍ਰਕਾਰ ਇਸ ਤੋਂ ਅੱਗੇ ਕੀ ਗੱਲ ਚੱਲਦੀ ਹੈ ਕਿ ਕਰੀ ਦੇ ਕੋਲੋਂ ਇਹ ਸੁਣਿਆ ਜਦੋਂ ਲਾਰਡ ਹਾਰਡਿੰਗ ਨੇ, ਉਹ ਬੜਾ ਘਬਰਾਇਆ। ਇਸ ਤਰ੍ਹਾਂ ਦੀ ਸਹਾਇਤਾ ਦੇਣੀ ਉਹਦੇ ਇਰਾਦੇ ਦੇ ਉਲਟ ਸੀ। ਉਹ ਸੋਚਦਾ ਸੀ ਕਿ ਇਹੋ ਜਿਹੀ ਸਹਾਇਤਾ ਨਹੀਂ ਸੀ ਕਰਨੀ ਚਾਹੀਦੀ, ਆਪਣੇ ਬੰਦੇ ਉੱਥੇ ਨਹੀਂ ਸੀ ਛੱਡਣੇ ਚਾਹੀਦੇ। ਉਹ ਪੰਜਾਬ ਨੂੰ ਬੜੀਆਂ ਕੜੀਆਂ ਸ਼ਰਤਾਂ ਵਿੱਚ ਜਕੜਨਾ ਚਾਹੁੰਦਾ ਸੀ। ਉਹਨੂੰ ਐ ਸੀ ਪੰਜਾਬ ਛੁੱਟੇ ਨਾ, ਕੜੀਆਂ ਜਿਹੜੀਆਂ ਨਾ ਉਹਦੇ ਵਿੱਚ ਪਾ ਦਿੱਤੀਆਂ ਜਾਣ, ਪੱਕੀਆਂ ਜਿਹੜੀਆਂ ਐਸਾ ਇਹਨਾਂ ਦੇ ਉੱਤੇ ਵਾਰ ਕੀਤਾ ਜਾਵੇ ਕਿ ਜਿਹਦੇ ਨਾਲ ਇਹ ਸਾਡੇ ਅਧੀਨ ਹੋ ਜਾਣ। ਉਹਨੇ ਮੋੜ ਵੀ ਜਿਹੜਾ ਸੀ ਕਰੀ ਨੂੰ ਲਿਖਿਆ ਦੁਬਾਰਾ ਵਾਪਸ, ਉਹ ਲਿਖਦਾ ਕਿ ਪੰਜਾਬ 'ਚ ਐਸੇ ਦੇਸੀ ਪ੍ਰਬੰਧ ਚਲਾਉਣ ਲਈ ਜਿਸ ਦੇ ਨਕਾਰਾਂ ਤੇ ਬੇਇਨਸਾਫ ਤੇ ਸਾਜ਼ਿਸ਼ਾਂ ਭਰਿਆ ਹੋਣ ਦੇ ਸਾਨੂੰ ਤਾਜ਼ਾ ਤਜਰਬੇ ਹੋ ਚੁੱਕੇ ਹਨ। ਅੰਗਰੇਜ਼ੀ ਫੌਜ ਨਾਲ ਸਹਾਇਤਾ ਨਾ ਕਰਨ ਲਈ ਮੈਂ ਪੱਕਾ ਇਰਾਦਾ ਕੀਤਾ ਹੋਇਆ ਹੈ। ਇਸ ਲਈ ਐਸੇ ਪ੍ਰਬੰਧ ਦੀ ਸਹਾਇਤਾ ਲਈ ਅੰਗਰੇਜ਼ੀ ਫੌਜ ਦੇਣ ਦੀ ਮੈਂ ਰਜਾਮੰਦੀ ਨਹੀਂ ਦਿਆਂਗਾ ਜਿਸ ਤੇ ਕੋਈ ਭਰੋਸਾ ਨਾ ਕੀਤਾ ਜਾਏ। 2 ਪਿਆਦਾ ਪਲਟਣਾ, 1 ਰਮਾਲਾ ਤੇ 1 ਤੋਪਾਖਾਨਾ ਬਾਤਰੀ ਦੀ ਤਵੀਜ਼ ਇਤਨੀ ਫਜ਼ੂਲ ਹੈ ਕਿ ਮੈਂ ਇਸ ਨੂੰ ਇਸ ਗੱਲ ਦੇ ਤੁੱਲ ਸਮਝਦਾ ਹਾਂ ਕਿ ਉਹ ਸਾਡੇ ਦਖਲ ਦੇ ਬਗੈਰ ਆਪਣਾ ਰਾਜ ਪ੍ਰਬੰਧ ਆਪ ਕਰਨ ਦੀ ਇੱਛਾ ਰੱਖਦੇ ਹਨ। ਇਹ ਫੈਡਰਿਕ ਲਿਖਦਾ ਹੈ ਕਰੀ ਨੂੰ। ਉਹ ਕਹਿੰਦਾ ਮੈਨੂੰ ਇਹ ਗੱਲਾਂ ਫਜ਼ੂਲ ਲੱਗਦੀਆਂ, ਤੂੰ ਜੋ ਇੱਥੇ ਅੰਗਰੇਜ਼ ਰੱਖ ਰਿਹਾ ਨਾ 2 ਪਲਟਣਾ, ਤੇ ਮੈਨੂੰ ਫਜ਼ੂਲ ਲੱਗਦਾ। ਮੈਨੂੰ ਨਹੀਂ ਚਾਹੀਦਾ ਵੀ ਇਹਨਾਂ ਦੇ ਆਪਾਂ ਨੂੰ ਪ੍ਰਬੰਧ ਦੇ ਵਿੱਚ ਕੋਈ ਇਸ ਪ੍ਰਕਾਰ ਦੀ ਗੱਲ ਕਰਨੀ ਚਾਹੀਦੀ ਹੈ। ਉਹ ਲਿਖਦਾ ਮੈਂ ਹੀ ਸਭ ਤੋਂ ਚੰਗੀ ਤਰ੍ਹਾਂ ਇਹ ਫੈਸਲਾ ਦੇ ਸਕਦਾ ਹਾਂ ਕਿ ਲਾਹੌਰ ਵਿੱਚ ਕਿੰਨੀ ਫੌਜ ਰੱਖਣ ਯੋਗ ਹੈ। ਹਾਰਡਿੰਗ ਦੀ ਦਿਲੀ ਇੱਛਾ ਨੂੰ ਜਾਣਦੇ ਹੋਏ ਕਰੀ ਨੇ ਮਹਾਰਾਜੇ ਦੀ 14 ਦਸੰਬਰ ਦੀ ਚਿੱਠੀ ਜਿਹੜੀ ਸੀ ਮਹਾਰਾਜ ਦੀ ਬੇਨਤੀ ਉਹ ਦੱਸ ਕੇ ਉਹ ਜਵਾਬ ਦਿੱਤਾ ਕਿ ਤੁਹਾਡੀ ਇਹ ਬੇਨਤੀ ਕਿ ਲਾਹੌਰ ਵਿੱਚ ਇਸ ਵੇਲੇ ਮੌਜੂਦਾ ਅੰਗਰੇਜ਼ੀ ਫੌਜ ਦਾ ਕੁਛ ਹਿੱਸਾ ਤੇ ਗਵਰਨਰ ਜਨਰਲ ਦਾ ਏਜੰਟ ਮੁਕਰਰ ਕੀਤੇ ਹੋਏ ਸਮੇਂ ਦੇ ਮੁੱਕਣ ਤੋਂ ਪਿੱਛੋਂ ਕੁਝ ਚਿਰ ਹੋ ਠਹਿਰੇ ਤੇ ਜਿਸ ਦਾ
ठहरना मुल्क दा राज प्रबंध लई तुसी बड़ा जरूरी समझदे हो। कहंदा एक बंदा चाहिदा इत्थे रखना जिहड़ा राज प्रबंध नूं कुशल चलावे ते ओहदे वास्ते कहंदा सानू बेनती पत्र भी मिलिया होया है। 11 मार्च ਦੇ ਅਹਿਦਨਾਮੇ ਦੀਆਂ ਸ਼ਰਤਾਂ ਦੇ ਵਿਰੁੱਧ ਜਾਂਦਾ ਤੇ ਬੜਾ ਜ਼ਰੂਰੀ ਮਾਮਲਾ ਆਇਆ ਹੈ। ਕਹਿੰਦਾ ਕਿ ਮੈਨੂੰ ਜ਼ਰੂਰੀ ਮਾਲੂਮ ਹੁੰਦਾ ਕਿ ਪੰਜਾਬ ਲਾਹੌਰ ਦਰਬਾਰ ਦੇ ਦਰਬਾਰੀ ਤੇ ਲਾਹੌਰ ਰਾਜ ਦੇ ਸ਼ੁਭ ਚਿੰਤਕ ਹੋਰ ਸਰਦਾਰ ਭੜ ਕੇ ਮੇਰੇ ਦਰਬਾਰ ਦੇ ਤੰਬੂ ਵਿੱਚ ਇਕੱਠੇ ਹੋਣ, ਜਦ ਕਿ ਮੈਂ ਉਹਨਾਂ ਦੇ ਸਾਹਮਣੇ ਇਹ ਸ਼ਰਤਾਂ ਰੱਖ ਦਿਆਂਗਾ। ਕੇਵਲ ਜਿਨ੍ਹਾਂ ਉੱਤੇ ਗਵਰਨਰ ਜਨਰਲ ਉਪਰੋਕਤ ਅਹਿਦਨਾਮੇ ਵਿੱਚ ਕੋਈ ਅਦਲਾ ਬਦਲੀ ਕਰਨ ਨੂੰ ਤਿਆਰ ਹੋ ਸਕਦਾ ਹੈ ਤੇ ਇਹ ਗੱਲ ਚੰਗੀ ਹੋਵੇਗੀ ਕਿ ਦਰਬਾਰੀ ਉਹਨਾਂ ਸ਼ਰਤਾਂ ਨੂੰ ਮੰਨਣ ਜਾਂ ਨਾ ਮੰਨਣ ਸੰਬੰਧੀ ਆਖਰੀ ਫੈਸਲਾ ਦੇ ਸਕਣ, ਤਿਆਰ ਹੋ ਕੇ ਆਉਣ ਤਾਂ ਕਿ ਇਹ ਮਾਮਲਾ ਨਜਿੱਠਿਆ ਜਾ ਸਕੇ ਤੇ ਅੰਗਰੇਜ਼ੀ ਫੌਜ ਦੇ ਚਾਲੇ ਪਾਉਣ ਦੀ ਸੰਬੰਧੀ ਜ਼ਰੂਰੀ ਹੁਕਮ ਦਿੱਤੇ ਜਾ ਸਕਣ। ਕਹਿੰਦਾ ਮੇਰੇ ਕੋਲ ਆਉਣ ਤੇ ਅਸੀਂ ਸ਼ਰਤਾਂ ਰੱਖਾਂਗੇ, ਉਹਨਾਂ ਸ਼ਰਤਾਂ ਦੇ ਅਨੁਸਾਰ ਹੀ ਗੱਲ ਅੱਗੇ ਹੋਵੇਗੀ। ਇਹ ਕਰੀ ਕਹਿੰਦਾ ਹਾਰਡਿੰਗ ਨੂੰ ਲਿਖਦਾ ਹੈ। ਅਗਲੇ ਦਿਨ ਫਿਰ ਕਰੀ ਨੇ ਤੰਬੂ 'ਚ ਸਾਰੇ ਸਰਦਾਰ ਇਕੱਠੇ ਕਰ ਲਏ, ਜਿਨ੍ਹਾਂ ਦੇ ਵਿੱਚ ਬਹੁਤਿਆਂ ਨਾਲ ਅੰਦਰੋਂ ਪਹਿਲਾਂ ਹੀ ਇਹਨੇ ਫੈਸਲਾ ਕਰ ਲਿਆ ਸੀ, ਗੱਲਬਾਤ ਹੋ ਗਈ ਸੀ। ਜਿਨ੍ਹਾਂ ਨੂੰ ਜਗੀਰਾਂ ਦੇ ਕੇ ਕਾਇਮ ਰੱਖਣ ਦਾ ਭਰੋਸਾ ਉਹਨੇ ਦੇ ਦਿੱਤਾ ਸੀ, ਤੁਹਾਨੂੰ ਕਾਇਮ ਰੱਖਿਆ ਜਾਊਗਾ। ਮਹਾਰਾਣੀ ਜਿੰਦ ਕੌਰ ਨੂੰ ਜਾਣ ਬੁੱਝ ਕੇ ਦਰਬਾਰ 'ਚ ਸ਼ਾਮਲ ਨਹੀਂ ਕੀਤਾ ਗਿਆ ਕਿਉਂਕਿ ਇਹਦਾ ਡਰ ਸੀ ਕਿ ਉਹ ਇਹ ਸ਼ਰਤ ਨਹੀਂ ਮੰਨੇਗੀ। ਕਰੀ ਨੇ ਅਹਿਦਨਾਮੇ ਦੀਆਂ ਸ਼ਰਤਾਂ ਪੜ੍ਹ ਕੇ ਸੁਣਾਈਆਂ। ਤੇਜ ਸਿੰਘ ਦੇ ਧੜੇ ਨੇ ਸਭ ਅੱਛਾ ਦਾ ਰੌਲਾ ਪਾ ਦਿੱਤਾ ਤੇ ਦੀਵਾਨ ਦੀਨਾਨਾਥ ਨੇ ਇੱਛਾ ਪ੍ਰਗਟ ਕੀਤੀ ਕਿ ਥੋੜੀ ਦੇਰ ਲਈ ਦਰਬਾਰ ਮੁਲਤਵੀ ਕਰ ਦਿੱਤਾ ਜਾਵੇ ਤਾਂ ਕਿ ਦਰਬਾਰੀ ਮਹਾਰਾਣੀ ਦੀ ਸਲਾਹ ਲੈ ਸਕਣ। ਅੱਗੋਂ ਕਰੀ ਨੇ ਕਿਹਾ ਕਿ ਗਵਰਨਰ ਜਨਰਲ ਮਹਾਰਾਣੀ ਦੀ ਸਲਾਹ ਨਹੀਂ ਪੁੱਛ ਰਿਹਾ, ਰਾਜ ਦੇ ਸਰਦਾਰਾਂ ਤੇ ਥੰਮਾਂ ਦੀ ਸਲਾਹ ਪੁੱਛ ਰਿਹਾ। ਸਰਕਾਰ ਦੇ ਸਕੱਤਰ ਵਜੋਂ ਇਸ ਸਖਤ ਤੇ ਰੁੱਖੇ ਇਸ਼ਾਰੇ ਤੋਂ ਦਰਬਾਰੀ ਤੇ ਸਰਦਾਰ ਸਰਕਾਰ ਦੇ ਮਨ ਦੇ ਅੰਦਰਲੀ ਨੀਅਤ ਨੂੰ ਸਮਝ ਗਏ ਸਨ। ਵਿਰੋਧੀ ਆਵਾਜ਼ ਜੇ ਕੋਈ ਉੱਠਣੀ ਵੀ ਸੀ ਉਹ ਵੀ ਦਬਾ ਦਿੱਤੀ ਗਈ ਇਸ ਸਮੇਂ ਦੇ ਵਿੱਚ। ਮਤਲਬ ਉਹਨਾਂ ਨੂੰ ਇੱਕ ਤੰਬੂ 'ਚ ਆਪਣੇ 'ਚ ਬੁਲਾਇਆ, ਸਾਰੇ ਸਰਦਾਰ ਇਕੱਠੇ ਹੋਏ ਤੇ ਆਪਣਾ ਫੈਸਲਾ ਪੜ੍ਹ ਕੇ ਸੁਣਾ ਦਿੱਤਾ ਗਿਆ। ਜਦੋਂ ਕਿਹਾ ਗਿਆ ਕਿ ਮਹਾਰਾਣੀ ਜਿੰਦ ਕੌਰ ਨੂੰ ਬੁਲਾਇਆ ਜਾਵੇ ਤੇ ਉਹਨਾਂ ਕਿਹਾ ਮਹਾਰਾਣੀ ਦੀ ਸਲਾਹ ਨਹੀਂ ਲੈਣੀ, ਅਸੀਂ ਸਿਰਫ ਤੁਹਾਡੀਆਂ ਸਲਾਹਾਂ ਤੇ ਕਾਇਮ ਰਹਿਣਾ ਜਿਹੜੇ ਤੁਸੀਂ ਸਰਦਾਰ ਹੋ। ਤੇ ਤੇਜਾ ਸਿੰਘ ਦਾ ਧੜਾ ਤੇ ਪਹਿਲੋਂ ਕਹਿੰਦਾ ਸੀ ਕਿ ਬਸ ਠੀਕ ਆ, ਵਧੀਆ ਵਧੀਆ, ਜੋ ਅੰਗਰੇਜ਼ ਕਰਦੇ ਵਧੀਆ। ਫਿਰ ਉਸ ਤੋਂ ਬਾਅਦ ਸਾਧ ਸੰਗਤ ਥੋੜੇ ਦਿਨ ਪਹਿਲਾਂ ਇਸ ਘਟਨਾ ਤੋਂ ਲਾਲ ਸਿੰਘ ਨੂੰ ਵਜ਼ਾਰਤ ਤੋਂ ਹਟਾ ਕੇ ਦੇਸ਼ ਨਿਕਾਲਾ ਦਿੱਤਾ ਗਿਆ ਸੀ। ਉਹ ਆਪਾਂ ਪੜ੍ਹਿਆ ਕੱਲ ਸਾਹਿਬ ਜੀ ਸਰਵਣ ਕੀਤਾ। ਤੇ ਇਸ ਗੱਲ ਤੋਂ ਵੀ ਕੁਝ ਸਰਦਾਰ ਜਿਹੜੇ ਸੀ ਉਹ ਡਰ ਗਏ ਜਾਪਦੇ ਸੀ, ਉਹਨਾਂ ਨੂੰ ਸੀ ਕਿ ਸਾਨੂੰ ਵੀ ਨਾ ਕਿਤੇ ਕੱਢ ਦਿੱਤਾ ਜਾਵੇ। ਤੇ ਦੀਨਾਨਾਥ ਨਾਲ ਇਸ ਵਰਤਾਓ ਤੋਂ ਪਿੱਛੋਂ ਕੋਈ ਨਾ ਬੋਲਿਆ। ਇਸ ਹਾਲਤ ਥੱਲੇ ਭਰੋਵਾਲ ਦੀ ਸੁਲਾਹ ਪੱਕੀ ਹੋਈ ਜੋ ਮਹਾਰਾਣੀ ਦੀ ਮਰਜ਼ੀ ਦੇ ਵਿਰੁੱਧ ਤੇ ਹਾਰਡਿੰਗ ਦੀ ਜ਼ੋਰਦਾਰ ਇੱਛਾ ਅਨੁਸਾਰ ਹੋਈ। ਇਸ ਤੋਂ ਪਿੱਛੋਂ ਪੰਜਾਬ ਵਿੱਚ ਜਿੰਨੇ ਬਖੇੜੇ ਖੜੇ ਹੋਏ ਸਭ ਦਾ ਮੁੱਢਲਾ ਕਾਰਨ ਇਹ ਸੁਲਾਹ ਸੀ। ਜੇ ਇਹ ਅਹਿਦਨਾਮਾ ਬਦੋ ਬਦੀ ਪੰਜਾਬ ਤੇ ਸਿਰ ਨਾ ਮੜਿਆ ਜਾਂਦਾ ਤਾਂ ਪਿੱਛੋਂ ਹੋਣ ਵਾਲੀ ਗੜਬੜ ਬਿਲਕੁਲ ਨਾ ਹੁੰਦੀ। ਲਾਹੌਰ ਦਾ ਦੂਜਾ ਅਹਿਦਨਾਮਾ 16 ਦਸੰਬਰ 1846 ਨੂੰ ਲਾਹੌਰ ਵਿੱਚ ਪੱਕਾ ਹੋਇਆ ਤੇ ਭਰੋਵਾਲ 22 ਦਸੰਬਰ 1846 ਨੂੰ ਗਵਰਨਰ ਜਨਰਲ ਨੇ ਤਸਦੀਕ ਕੀਤਾ, ਜੋ ਭਰੋਵਾਲ ਦੀ ਸੁਲਾਹ ਜਾਂ ਭਰੋਵਾਲ ਦੀ ਸੰਧੀ ਦੇ ਨਾਮ ਨਾਲ ਮਸ਼ਹੂਰ ਆ ਜਾਣਿਆ ਜਾਂਦਾ। ਇਹ ਸੁਲਾਹ ਕੀ ਸੀ, ਇਹਦੇ ਵਿੱਚ ਕੀ ਲਿਖਿਆ ਗਿਆ ਸੀ? ਭਰੋਵਾਲ ਦਾ ਕੈਂਪ ਜਿਹੜਾ ਉਹਦੀ ਘਾਟ ਦੇ ਉੱਤੇ 22 ਦਸੰਬਰ 1846 ਈਸਵੀ ਨੂੰ ਕਸ਼ਮੀਰ ਦੇ ਪੁਰਾਣੇ ਗਵਰਨਰ ਸ਼ੇਖ ਇਮਾਮੂਦੀਨ ਜੋ ਲਾਹੌਰ ਦਰਬਾਰ ਵੱਲੋਂ ਸੀ ਤੇ ਰਾਜਾ ਗੁਲਾਬ ਸਿੰਘ ਕਸ਼ਮੀਰ ਦਾ ਕਬਜ਼ਾ ਕਰਨ ਤੋਂ ਹਥਿਆਰਾਂ ਨਾਲ ਰੋਕਿਆ। ਲਾਹੌਰ ਦਰਬਾਰ ਨੂੰ ਕਿਹਾ ਕਿ ਉਹ ਆਪਣੀ ਪ੍ਰਜਾ ਨੂੰ ਕਾਬੂ ਕਰੇ ਤੇ 9 ਮਾਰਚ 1846 ਈਸਵੀ ਦੀ ਸੁਲਾਹ ਦੀਆਂ ਸ਼ਰਤਾਂ ਨੂੰ ਪੂਰੀਆਂ ਕਰਦੇ ਹੋਇਆ ਕਸ਼ਮੀਰ ਦਾ ਸੂਬਾ ਅੰਗਰੇਜ਼ੀ ਸਰਕਾਰ ਦੇ ਥਾਪੇ ਰਾਜਾ ਗੁਲਾਬ ਸਿੰਘ ਦੇ ਹਵਾਲੇ ਕਰ ਦੇਵੇ। ਕਸ਼ਮੀਰ ਦਾ ਸੂਬਾ ਜਿਹੜਾ ਉਹ ਰਾਜੇ ਗੁਲਾਬ ਸਿੰਘ ਨੂੰ ਇਹਨੇ ਕਿਹਾ ਦਿੱਤਾ ਜਾਵੇ, ਰਾਜੇ ਗੁਲਾਬ ਸਿੰਘ ਕੋਲ ਇਹ ਕਬਜ਼ਾ ਜਿਹੜਾ ਹੋ ਜਾਵੇ। ਫਿਰ ਉਸ ਤੋਂ ਬਾਅਦ ਉੱਪਰਲਾ ਕੰਮ ਪੂਰਾ ਕਰਨ ਲਈ ਲਾਹੌਰ ਦਰਬਾਰ ਦੇ ਰਾਜਾ ਗੁਲਾਬ ਸਿੰਘ ਦੀਆਂ ਫੌਜਾਂ ਦੀ ਮਦਦ ਵਾਸਤੇ ਲੋੜ ਪਈ ਤੇ ਇੱਕ ਅੰਗਰੇਜ਼ੀ ਫੌਜ ਵੀ ਨਾਲ ਉਹਦੇ ਲਾਈ ਜਾਵੇ। ਸ਼ੇਖ ਇਮਾਮੂਦੀਨ ਨੇ ਸਰਕਾਰ ਅੰਗਰੇਜ਼ੀ ਨੂੰ ਦੱਸਿਆ ਕਿ ਉਹਨੇ ਇਹ ਕੁਝ ਲਾਹੌਰ ਦਰਬਾਰ ਦੇ ਹੁਕਮ ਨਾਲ ਕੀਤਾ ਸੀ ਤੇ ਇਹ ਹੁਕਮ ਉਹਨੂੰ ਰਾਜਾ ਰਾਜ ਸਿੰਘ ਵਜ਼ੀਰ ਵੱਲੋਂ ਲਿਖਤੀ ਪੁੱਜਾ ਸੀ। ਫਿਰ ਸ਼ੇਖ ਇਮਾਮੂਦੀਨ ਨੇ ਇਹ ਸ਼ਰਤ ਉੱਤੇ ਅੰਗਰੇਜ਼ੀ ਜੱਟ ਦੇ ਸਾਹਮਣੇ ਹਥਿਆਰ ਰੱਖੇ
कि जे वो साबित कर देवे कि उन्हें टाकरा लाहौर वजीर के हुक्म नाल कीता तां उहनूं अंग्रेजी एजेंट भरोसा दिवावे कि लाहौर दरबार वल्लों उहनूं भाव शेख नूं जानी जां माली नुकसान नहीं होवेगा। अंग्रेजी एजेंट ने सौं खा के कहा कि सरकार वालों इस गल की पूरी सच्ची पड़ताल होगी। जिहड़ा शेख इमामुद्दीन सी इहदे ते चढ़ाई करके गया सी गुलाब सिंह ते उन्हें कहा मैं हथियार फिर सुटांगा, पहलों तुसीं ये जिम्मेवारी लो कि मैनूं कोई जानी जां माली नुकसान नहीं होना चाहिए। शेख इमामुद्दीन दे कहण उत्ते खुली लोक सभा विच पड़ताल हुई ते पूरी तरह सिद्ध होया कि राजा गुलाब सिंह नूं कश्मीर के कब्जे तो रोकण वास्ते राजा लाल सिंह गुप्त तौर पर शेख नूं लिखदा रहा। गवर्नर जनरल ने लाहौर दरबार के सरदारां ते वजीरां पासों मंग कीती कि वह राजा लाल सिंह वजीर नूं अंग्रेजी सूबियां विच देश निकाला दे देण। गवर्नर जनरल ने इस काम बदले वजीर लाल सिंह नूं देश निकाला देना काफ़ी सजा समझी। फिर साबित हो गया कि सिख कौम ने ते होर सिख सरदारां ने वजीर दे इस जुल्म विच कोई हिस्सा नहीं सी लिया। वजीरां ते सरदारां ने सर्वसम्मति दे नाल लाल सिंह नूं देश च निकल जाण दा हुक्म दे दिता। कुछ दिनां दे विच ही कुछ दिनां दी सोच विचार पिछों लाहौर दरबार दे मैंबरां ने राज दे सारे सरदारां ते अमीरां दी सलाह नाल अंग्रेजी सरकार पास बेनती कीती तो अपनी छत्र छाया हेठ लाहौर विच एक गवर्नमेंट बनावे जिस द्वारा बाल अवस्था विच महाराजा दलीप सिंह दी रखिया कीती जावे। दरबार ते सरदारां दी बेनती ते उहदी सुलह विच कुछ वाधा घाटा कीता गया जो लाहौर दरबार ते अंग्रेजी सरकार विच 9 मार्च 1846 ईस्वी नूं होई सी। ਇਹ ਸੈਦਨਾਮੇ ਦੀਆਂ ਸ਼ਰਤਾਂ ਪੱਕੀਆਂ ਹੋਈਆਂ। ਇਹ ਸੁਲ੍ਹਾ ਦਰਬਾਰ ਤੇ ਅੰਗਰੇਜ਼ੀ ਸਰਕਾਰ ਵਿੱਚ 16 ਦਸੰਬਰ 1846 ਨੂੰ ਹੋਈ ਸੀ ਕਿਉਂਕਿ ਲਾਹੌਰ ਦਰਬਾਰ ਤੇ ਰਾਜ ਦੇ ਖਾਸ ਸਰਦਾਰਾਂ ਤੇ ਅਮੀਰਾਂ ਨੇ ਅੰਗਰੇਜ਼ੀ ਸਰਕਾਰ ਪਾਸ ਖੁੱਲੇ ਸ਼ਬਦਾਂ ਵਿੱਚ ਇੱਛਾ ਪ੍ਰਗਟ ਕੀਤੀ ਕਿ ਗਵਰਨਰ ਜਨਰਲ ਲਾਹੌਰ ਦੀ ਸਰਕਾਰ ਨੂੰ ਚਲਾਉਣ ਵਿੱਚ ਪੂਰੀ ਮਦਦ ਦੇਵੇ। ਜਦੋਂ ਤੱਕ ਮਹਾਰਾਜਾ ਦਲੀਪ ਸਿੰਘ ਕਹਿੰਦੇ ਜਵਾਨ ਨਹੀਂ ਹੁੰਦਾ ਉਹਨਾਂ ਚਿਰ ਸਾਡੀ ਸਹਾਇਤਾ ਕੀਤੀ ਜਾਵੇ ਤੇ ਇਹ ਕਾਰਜ ਬੜਾ ਜ਼ਰੂਰੀ ਉਹਨਾਂ ਨੇ ਕਿਹਾ ਦੱਸਿਆ ਸੀ ਕਿਉਂਕਿ ਗਵਰਨਰ ਜਨਰਲ ਨੇ ਕੁਝ ਲੋੜੀਂਦਾ ਸ਼ਰਤਾਂ ਥੱਲੇ ਇਹ ਮਦਦ ਦੇਣੀ ਪ੍ਰਵਾਨ ਕਰ ਲਈ ਸੀ। ਸੋ ਇਦਾਂ ਫਿਰ ਅਹਿਦਨਾਮੇ ਦੀਆਂ ਸ਼ਰਤਾਂ 11 ਮਾਰਚ 1846 ਈਸਵੀ ਦੀ ਸੁਲ੍ਹਾ ਵਿੱਚ ਵਾਧਾ ਕਰਨਗੀਆਂ। ਇਹ ਅਹਿਦਨਾਮਾ ਅੰਗਰੇਜ਼ੀ ਸਰਕਾਰ ਵੱਲੋਂ ਫੈਡਰਿਕ ਕਰੀ ਤੇ ਲੈਫਟੀਨੈਂਟ ਕਰਨਲ ਹੈਨਰੀ ਮਿੰਟਗੋਮਰੀ ਲਾਰੈਂਸ ਜਿਹੜਾ ਉੱਤਰ ਪੱਛਮੀ ਹੱਦ ਉੱਤੇ ਗਵਰਨਰ ਏਜੰਟ ਸੀ ਉਹਨਾਂ ਨੂੰ ਗਵਰਨਰ ਜਨਰਲ ਹੈਡਿੰਗ ਵੱਲੋਂ ਪੂਰੇ ਅਖਤਿਆਰ ਸਨ ਤੇ ਮਹਾਰਾਜਾ ਦਲੀਪ ਸਿੰਘ ਵੱਲੋਂ ਸਨ ਤੇਜਾ ਸਿੰਘ, ਸ਼ੇਰ ਸਿੰਘ, ਦੀਵਾਨ ਦੀਨਾਨਾਥ, ਫਕੀਰ ਨੂਰਦੀਨ, ਰਾਏ ਕਿਸ਼ਨ ਚੰਦ, ਰਣਜੋਰ ਸਿੰਘ ਮਜੀਠਾ, ਅਤਰ ਸਿੰਘ ਕਾਲਿਆਂਵਾਲਾ, ਭਾਈ ਨਿਧਾਨ ਸਿੰਘ, ਸਰਦਾਰ ਕਾਹਨ ਸਿੰਘ ਮਜੀਠਾ, ਸਰਦਾਰ ਸ਼ਮਸ਼ੇਰ ਸਿੰਘ, ਸਰਦਾਰ ਲਾਲ ਸਿੰਘ ਮੁਰਾਰੀਆ, ਸਰਦਾਰ ਕੀਰਤ ਸਿੰਘ ਸੰਧਾਵਾਲੀਆ, ਸਰਦਾਰ ਅਰਜਨ ਸਿੰਘ ਲਾਹੌਰ 'ਚ ਇਕੱਠੇ ਹੋਏ ਸਰਦਾਰ ਇਹ ਸਾਰੇ ਸਰਦਾਰ ਸਨ। ਪਹਿਲੀ ਗੱਲ ਸੀ ਲਾਹੌਰ ਦਰਬਾਰ ਭਰੋਵਾਲ ਦੀ ਸੰਧੀ ਕੀ ਸੀ ਕਿ ਲਾਹੌਰ ਦਰਬਾਰ ਤੇ ਅੰਗਰੇਜ਼ੀ ਸਰਕਾਰ ਵਿੱਚ 9 ਮਾਰਚ 1846 ਈਸਵੀ ਨੂੰ ਹੋਏ ਅਹਿਦਨਾਮੇ ਦੀ ਸ਼ਰਤ ਨੰਬਰ 15 ਤੋਂ ਬਿਨਾਂ ਸਾਰੀਆਂ ਸ਼ਰਤਾਂ ਦੋਹਾਂ ਸਰਕਾਰਾਂ ਨੂੰ ਪੂਰੀਆਂ ਕਰਨੀਆਂ ਪੈਣਗੀਆਂ। ਗਵਰਨਰ ਜਨਰਲ ਵੱਲੋਂ ਥਾਪਿਆ ਹੋਇਆ ਇੱਕ ਅੰਗਰੇਜ਼ੀ ਅਫਸਰ ਸਣੇ ਆਪਣੇ ਸਿਪਾਹੀਆਂ ਦੇ ਲਾਹੌਰ ਵਿੱਚ ਰਹੇਗਾ ਤੇ ਉਸ ਅਫਸਰ ਨੂੰ ਰਾਜ ਦੇ ਹਰ ਇੱਕ ਮਹਿਕਮੇ ਤੇ ਹਰ ਤਰ੍ਹਾਂ ਦੇ ਕੰਮ ਵਿੱਚ ਪੂਰੇ ਤੇ ਸਿੱਧੇ ਅਖਤਿਆਰ ਹੋਣਗੇ ਭਾਵ ਦਖਲ ਅੰਦਾਜ਼ੀ ਸਿੱਧੇ ਤੌਰ ਤੇ ਕਰ ਸਕਦਾ ਸੀ। ਰਾਜ ਪ੍ਰਬੰਧ ਚਲਾਉਣ ਵੇਲੇ ਲੋਕਾਂ ਦੇ ਧਰਮ, ਕੌਮੀ ਰਸਮੋ ਰਿਵਾਜ ਤੇ ਹਰ ਇੱਕ ਕੌਮ ਦੇ ਹਰ ਤਰ੍ਹਾਂ ਦੇ ਹੱਕਾਂ ਦਾ ਖਾਸ ਖਿਆਲ ਰੱਖਿਆ ਜਾਵੇਗਾ। ਨੰਬਰ 4 ਸੀ ਰਾਜ ਪ੍ਰਬੰਧ ਵਿੱਚ ਕੋਈ ਖਾਸ ਤਬਦੀਲੀ ਨਹੀਂ ਕੀਤੀ ਜਾਵੇਗੀ ਬਿਨਾਂ ਉਸਦੇ ਜੇ ਲੋੜ ਪਈ ਤੇ ਉੱਪਰ ਲਿਖੇ ਕਾਰਜ ਨੂੰ ਚਲਾਉਣ ਬਦਲੇ ਕੀਤਾ ਜਾਵੇ। ਜੋ ਪ੍ਰਬੰਧ ਲਾਹੌਰ ਦਰਬਾਰ ਦਾ ਮਾਮਲਾ ਇਕੱਠਾ ਕਰਨ ਬਦਲੇ ਕੀਤਾ ਜਾਊ। ਇਹਨਾਂ ਸਾਰੇ ਕੰਮਾਂ ਉੱਤੇ ਦੇਸੀ ਅਫਸਰ ਰਹਿਣਗੇ ਜੋ ਹੁਣ ਕੰਮ ਕਰਦੇ ਹਨ ਜਾਂ ਜਿਹੜੇ ਰਾਜ ਸਭਾ ਥਾਪੇਗੀ ਉਹ ਬੰਦੇ ਹੋਣਗੇ। ਇਸ ਕੌਂਸਲ ਦੇ ਮੈਂਬਰ ਵੱਡੇ ਵੱਡੇ ਸਰਦਾਰ ਹੋਣਗੇ ਜੋ ਹਰ ਤਰ੍ਹਾਂ ਅੰਗਰੇਜ਼ੀ ਰੈਜੀਟੈਂਟ ਦੇ ਅਧੀਨ ਹੋਣਗੇ। ਇਸ ਪ੍ਰਕਾਰ ਕੌਂਸਲ ਦੇ ਸਰਦਾਰਾਂ ਦੇ ਮੈਂਬਰ ਕਿਹੜੇ ਸਨ? ਸਰਦਾਰ ਤੇਜ ਸਿੰਘ, ਸਰਦਾਰ ਸ਼ੇਰ ਸਿੰਘ ਅਟਾਰੀ ਵਾਲਾ, ਦੀਵਾਨ ਦੀਨਾਨਾਥ, ਫਕੀਰ ਨੂਰਦੀਨ, ਰਣਜੋਰ ਸਿੰਘ ਮਜੀਠਾ, ਨਿਧਾਨ ਸਿੰਘ, ਅਤਰ ਸਿੰਘ ਕਾਲਿਆਂਵਾਲਾ, ਸ਼ਮਸ਼ੇਰ ਸਿੰਘ ਸੰਧਾਵਾਲੀਆ, ਗਵਰਨਰ ਜਨਰਲ
ਦੇ ਬਣਾਏ ਹੋਏ ਰੈਜ਼ੀਡੈਂਟ ਤੋਂ ਦੀ ਮਰਜ਼ੀ ਤੋਂ ਬਿਨਾ ਉਹਨਾਂ ਥਾਪੇ ਹੋਏ ਮੈਂਬਰਾਂ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ। ਨੰਬਰ 6 ਅੰਗਰੇਜ਼ੀ ਰੈਜ਼ੀਡੈਂਟ ਦੀ ਸਲਾਹ ਤੇ ਮਰਜ਼ੀ ਦੇ ਅਨੁਸਾਰ ਇਹ ਕੌਂਸਲ ਮੁਲਕ ਦਾ ਰਾਜ ਪ੍ਰਬੰਧ ਕਰੇਗੀ। ਜਿਹੜੇ ਉੱਪਰ ਬੰਦੇ ਇਹਨਾਂ ਨੇ ਆਪਣੇ ਓਕੇ ਕੀਤੇ। ਅੰਗਰੇਜ਼ੀ ਰੈਜ਼ੀਡੈਂਟ ਨੂੰ ਹਰ ਮਹਿਕਮੇ ਵਿੱਚ ਹਰ ਤਰ੍ਹਾਂ ਦੇ ਪੂਰੇ ਅਖਤਿਆਰ ਹੋਣਗੇ। ਹਰ ਪਾਸੇ ਅੰਗਰੇਜ਼ ਹੀ ਉਸ ਪ੍ਰਬੰਧ ਨੂੰ ਸੰਭਾਲਣਗੇ। ਇੱਕ ਅੰਗਰੇਜ਼ੀ ਫੌਜ ਜਿੰਨੀ ਗਿਣਤੀ ਵਿੱਚ ਤੇ ਜਿਸ ਹਾਲ ਵਿੱਚ ਗਵਰਨਰ ਜਨਰਲ ਠੀਕ ਸਮਝੇ ਲਾਹੌਰ ਰਹੇਗੀ, ਜੋ ਮਹਾਰਾਜੇ ਤੇ ਉਹਦੇ ਮੁਲਕ ਦੀ ਰੱਖਿਆ ਕਰੇਗੀ। ਗਵਰਨਰ ਜਨਰਲ ਨੂੰ ਪੂਰਾ ਅਖਤਿਆਰ ਹੋਵੇਗਾ ਕਿ ਲਾਹੌਰ ਰਾਜ ਦੇ ਜਿਸ ਕਿਲੇ ਵਿੱਚ ਚਾਹੇ ਕਬਜ਼ਾ ਕਰ ਲਵੇ। ਜਿਸ ਉੱਤੇ ਕਬਜ਼ਾ ਕਰਨਾ ਅੰਗਰੇਜ਼ੀ ਸਰਕਾਰ ਲਾਹੌਰ ਸ਼ਹਿਰ ਤੇ ਇਸ ਮੁਲਕ ਵਿੱਚ ਅਮਨ ਕਾਇਮ ਬਦਲੇ ਜ਼ਰੂਰੀ ਸਮਝੇ। ਮਤਲਬ ਜਿੱਥੇ ਮਰਜ਼ੀ ਕਬਜ਼ਾ ਕਰ ਸਕਦੇ ਸੀ ਅੰਗਰੇਜ਼। 9 ਨੰਬਰ ਲਾਹੌਰ ਦਰਬਾਰ ਅੰਗਰੇਜ਼ੀ ਸਰਕਾਰ ਨੂੰ 22 ਲੱਖ ਰੁਪਏ ਨਾਨਕਸ਼ਾਹੀ ਸਾਲਾਨਾ ਦੇਵੇਗਾ, ਤਾਂ ਜੋ ਅੰਗਰੇਜ਼ੀ ਫੌਜ ਆਦਿ ਦਾ ਖਰਚਾ ਪੂਰਾ ਕਰ ਸਕੇ। ਇਹ ਰਕਮ ਸਾਲ ਵਿੱਚ 2 ਵਾਰ ਕਰਕੇ 13,20,000 ਮਈ ਜਾਂ ਜੂਨ ਵਿੱਚ, 8,80,000 ਨਵੰਬਰ ਜਾਂ ਦਸੰਬਰ ਵਿੱਚ ਦੇਣੀ ਪਵੇਗੀ। ਨੰਬਰ 10 ਮਹਾਰਾਜਾ ਦਲੀਪ ਸਿੰਘ ਦੀ ਮਾਤਾ ਮਹਾਰਾਣੀ ਜਿੰਦ ਕੌਰ ਨੂੰ ਉਹਦੇ ਤੇ ਉਹਦੇ ਨੌਕਰਾਂ ਦੇ ਗੁਜ਼ਾਰੇ ਵਾਸਤੇ 1.5 ਲੱਖ ਰੁਪਈਆ ਸਾਲਾਨਾ ਦਿੱਤਾ ਜਾਇਆ ਕਰੇਗਾ। ਇਸ ਰੁਪਏ ਨੂੰ ਖਰਚਣ ਦਾ ਮਹਾਰਾਣੀ ਨੂੰ ਪੂਰਾ ਅਖਤਿਆਰ ਹੋਵੇਗਾ। ਨੰਬਰ 11 ਸੈਦਨਾਮੇ ਦੀਆਂ ਸ਼ਰਤਾਂ ਮਹਾਰਾਜੇ ਦੀ ਬਾਲ ਅਵਸਥਾ ਨਾਬਾਲਗੀ ਵਿੱਚ ਹੀ ਲਾਗੂ ਹੋਣਗੀਆਂ। 4 ਸਤੰਬਰ 1854 ਈਸਵੀ ਨੂੰ ਜਦ ਮਹਾਰਾਜਾ 16 ਸਾਲਾਂ ਦਾ ਹੋ ਜਾਵੇਗਾ, ਇਹ ਐਤਨਾਮਾ ਮੁੱਕ ਜਾਵੇਗਾ। ਮਗਰ ਗਵਰਨਰ ਜਨਰਲ ਨੂੰ ਮਹਾਰਾਜੇ ਦੇ ਜਵਾਨ ਭਾਵ 16 ਸਾਲ ਦਾ ਹੋਣ ਤੋਂ ਪਹਿਲਾਂ ਹੀ ਐਤਨਾਮਾ ਖਤਮ ਕਰਨ ਦੀ ਆਗਿਆ ਹੋਵੇਗੀ। ਪਰ ਅਜਿਹਾ ਉਦੋਂ ਹੀ ਕੀਤਾ ਜਾਵੇਗਾ ਜਦੋਂ ਲਾਹੌਰ ਦਰਬਾਰ ਦੇ ਗਵਰਨਰ ਜਨਰਲ ਨੂੰ ਪੂਰੀ ਤਰ੍ਹਾਂ ਤਸੱਲੀ ਹੋ ਜਾਵੇਗੀ ਕਿ ਹੁਣ ਅੰਗਰੇਜ਼ੀ ਸਰਕਾਰ ਦੇ ਦਖਲ ਤੋਂ ਬਿਨਾਂ ਮਹਾਰਾਜਾ ਦਲੀਪ ਸਿੰਘ ਰਾਜ ਪ੍ਰਬੰਧ ਚਲਾ ਸਕਦਾ ਹੈ। ਇਹ ਐਤਨਾਮਾ ਜਿਸ ਦੀਆਂ 11 ਸ਼ਰਤਾਂ ਸਨ 16 ਦਸੰਬਰ 1846 ਈਸਵੀ ਲਾਹੌਰ ਦੇ ਸਰਦਾਰਾਂ ਵਿੱਚ ਅਮੀਰਾਂ ਤੇ ਅਫਸਰਾਂ ਜਿਨ੍ਹਾਂ ਦੇ ਨਾਮ ਉੱਪਰ ਆਪਾਂ ਪੜ੍ਹ ਆਏ ਹਾਂ, ਇਹਨਾਂ ਨੇ ਪ੍ਰਵਾਨ ਕੀਤਾ। ਭਰੋਵਾਲ ਦੀ ਸੰਧੀ ਤੋਂ ਪਿੱਛੋਂ ਹੋਇਆ ਕਿ ਇਹ 16 ਦੀਆਂ ਸ਼ਰਤਾਂ ਅਨੁਸਾਰ ਮਹਾਰਾਣੀ ਜਿੰਦ ਕੌਰ ਨੂੰ 1.5 ਲੱਖ ਰੁਪਈਆ ਸਾਲਾਨਾ ਪੈਨਸ਼ਨ ਦੇ ਮਿਲ ਲੱਗ ਪਈ। ਰਾਜ ਦੇ ਕੰਮਾਂ ਤੋਂ ਵੱਖ ਕਰ ਦਿੱਤਾ ਗਿਆ ਉਹਨੂੰ। ਰਾਜ ਪ੍ਰਬੰਧ ਲਈ ਨਵੀਂ ਕੌਂਸਲ ਜਿਹੜੀ ਉਹ ਬਿਠਾਈ ਗਈ। ਇਹ ਸਾਰੇ ਦਾ ਸਾਰਾ ਪ੍ਰਬੰਧ ਸਿੱਧੇ ਤੌਰ ਦੇ ਉੱਤੇ ਅੰਗਰੇਜ਼ਾਂ ਦੇ ਹੱਥ ਆ ਗਿਆ। ਪੰਜਾਬ ਦਾ ਪਹਿਲਾ ਰੈਜ਼ੀਡੈਂਸ ਹੈਨਰੀ ਲਾਰੈਂਸ ਬਣਿਆ। ਕੌਂਸਲ ਦੇ ਮੈਂਬਰ ਸਰਦਾਰ ਤੇਜ ਸਿੰਘ, ਸਰਦਾਰ ਸ਼ੇਰ ਸਿੰਘ ਅਟਾਰੀ ਵਾਲਾ, ਦੀਨਾਨਾਥ ਫਕੀਰੁੱਦੀਨ, ਰਣਜੋਰ ਮਜੀਠਾ, ਨਿਧਾਨ ਸਿੰਘ ਅਤਰ ਸਿੰਘ ਕਾਲਿਆਂ ਵਾਲਾ, ਸ਼ਮਸ਼ੇਰ ਸਿੰਘ ਸੰਧਾਵਾਲੀਏ ਥਾਪੇ ਗਏ। ਜਿਸ ਆਸ਼ੇ ਨੂੰ ਮੁੱਖ ਰੱਖ ਕੇ ਸੁਲ੍ਹਾ ਹੋਈ ਸੀ, ਉਸਨੂੰ ਪੂਰਾ ਕਰਨ ਬਦਲੇ ਅੰਗਰੇਜ਼ ਕਰਮਚਾਰੀਆਂ ਨੇ ਉਦਮ ਕਰਨਾ ਸ਼ੁਰੂ ਕਰ ਦਿੱਤਾ ਸੀ। ਹੈਨਰੀ ਲਾਰੈਂਸ ਜਿਹੜਾ ਸੀ ਉਸ ਸਮੇਂ, ਹੁਣ ਸਾਧ ਸੰਗਤ ਤੇ ਹੈਨਰੀ ਲਾਰੈਂਸ ਜਿਹੜਾ ਹੈ ਨਾ, ਇਹਦੇ ਅਖਤਿਆਰ ਇਹਦੇ ਅੰਦਰ ਸਾਰਾ ਕੁਝ, ਸਾਰਾ ਪੰਜਾਬ ਇੱਕ ਹਿਸਾਬ ਦਾ ਹੁਣ ਇਹਦੇ ਅੰਦਰ ਆ ਗਿਆ। ਤਾਂ ਤੁਹਾਨੂੰ ਪਤਾ ਹੋਏਗਾ ਅੰਮ੍ਰਿਤਸਰ ਦੇ ਵਿੱਚ ਇੱਕ ਰੋਡ ਵੀ ਹੈ ਜਿਹਦਾ ਨਾਮ ਲਾਰੈਂਸ ਰੋਡ ਹੈ, ਤੇ ਉਹ ਇਹਨਾਂ 2 ਅੰਗਰੇਜ਼ ਭਰਾਵਾਂ ਦੇ ਨਾਂ ਤੇ ਹੈਨਰੀ ਲਾਰੈਂਸ ਤੇ ਇੱਕ ਇਹਦਾ ਭਰਾ ਹੋਰ ਸੀ, ਉਹਦਾ ਨਾਮ ਵੀ ਅੱਗੇ ਆਏਗਾ। ਇਸ ਤੋਂ ਬਾਅਦ ਹੈਨਰੀ ਲਾਰੈਂਸ ਤੋਂ ਬਾਅਦ ਉਹਨੂੰ ਪੰਜਾਬ ਦਾ ਪ੍ਰਬੰਧ ਉਹਦੇ ਹੱਥ ਆਇਆ ਸੀ। ਇਹ ਸਭ ਤੋਂ ਪਹਿਲਾਂ ਸੀ ਹੈਨਰੀ ਲਾਰੈਂਸ ਜਿਹਦੇ ਅਧੀਨ ਪੰਜਾਬ ਦਾ ਪ੍ਰਬੰਧ ਆਇਆ। ਹੁਣ ਮਹਾਰਾਣੀ ਜਿੰਦ ਕੌਰ ਤੇ ਦਲੀਪ ਸਿੰਘ ਨੂੰ ਸਾਲਾਨਾ ਖਰਚਾ 1.5 ਲੱਖ ਮਿਲ ਲੱਗ ਪਿਆ। ਇਹਨਾਂ ਨੂੰ ਹੁਣ ਰਾਜ ਦੇ ਪ੍ਰਬੰਧ ਤੋਂ ਵੱਖਰਾ ਕਰ ਦਿੱਤਾ ਗਿਆ ਆ ਤੇ ਬਾਕੀ ਜਿਹੜੇ ਸਰਦਾਰ ਉਹਨਾਂ ਨਾਲ ਮਿਲ ਕੇ ਕਮੇਟੀ ਬਣਾ ਲਈ ਗਈ ਜਿਹਦੇ ਅਧੀਨ ਇਹ ਸਾਰਾ ਪ੍ਰਬੰਧ ਹੈਨਰੀ ਲਾਰੈਂਸ ਆਪਣੇ ਸਿਰ ਤੇ ਕਰਨ ਲੱਗ ਪਿਆ। ਹੈਨਰੀ ਲਾਰੈਂਸ ਨੂੰ ਮਹਾਰਾਣੀ ਦੀ ਹਰ ਕੰਮ ਤੇ ਸ਼ੱਕ ਹੋਣ ਲੱਗਾ। ਇਹ ਉਹਦਾ ਦਿਲੀ ਵਹਿਮ ਸੀ ਜਾਂ ਗਿਣੀ ਮਿੱਥੀ ਗੋਂਦ? ਇਹ ਇਤਿਹਾਸ ਪੜ੍ਹਨ ਵਾਲੇ ਚੰਗੀ ਤਰ੍ਹਾਂ ਜਾਣਦੇ ਆ ਕਿ ਕੀ ਗੱਲ ਸੀ। ਉਹਨੇ ਮਹਾਰਾਣੀ ਨੂੰ ਬੜੀ ਹੁਕਮਰਾਨਾ ਬੋਲੀ ਵਿੱਚ ਚਿੱਠੀ ਲਿਖੀ ਤੇ ਉਹਦੇ ਨਿੱਤ ਦੇ ਵਿਹਾਰ ਤੇ ਕਰੜੀ ਨੁਕਤਾਚੀਨੀ ਕੀਤੀ। ਉਹਦਾ ਉੱਤਰ ਮਹਾਰਾਣੀ ਨੇ ਬੜੀ ਯੋਗਤਾ ਨਾਲ ਦਿੱਤਾ, ਜਿਸ ਨੂੰ ਪੜ੍ਹ ਕੇ ਅੰਗਰੇਜ਼ ਕਰਮਚਾਰੀ ਬੜੇ ਨਾਰਾਜ਼ ਹੋਏ ਤੇ ਦੁਰੇਡੀਆਂ ਮਿੱਥੀਆਂ ਗੱਲਾਂ ਨੂੰ ਛੇਤਰੀ ਨੇਪੇ ਚਾੜਨ ਬਦਲੇ ਸੋਚਣ ਲੱਗ ਪਏ। ਹੈਨਰੀ ਲਾਰੈਂਸ ਜਾਣਦਾ ਸੀ ਕਿ ਉਹਨੂੰ ਇਸ ਮਤਲਬ ਵਾਸਤੇ ਰੈਜ਼ੀਡੈਂਟ ਬਣਾਇਆ ਗਿਆ ਸੀ, ਜਿਹੜੇ ਮਸਲੇ ਵਾਸਤੇ ਉਹਨੇ ਰਾਜ ਦਾ ਹਰ ਇੱਕ ਮਹਿਕਮਾ ਆਪਣੇ ਹੱਥ ਵਿੱਚ ਲੈ ਲਿਆ ਸੀ। ਉਧਰ ਹਾਰਡਿੰਗ 3 ਜੁਲਾਈ 1847 ਈਸਵੀ ਦੀ ਚਿੱਠੀ ਨੇ ਲਾਰੈਂਸ ਦਾ ਹੌਸਲਾ ਹੋਰ ਵੀ ਵਧਾ ਦਿੱਤਾ। ਇਹਨੂੰ ਚਿੱਠੀ ਆਉਂਦੀ ਹੈ ਇੱਕ ਹਾਰਡਿੰਗ ਦੀ, ਜੋ ਗਵਰਨਰ ਹੈ ਹਿੰਦੁਸਤਾਨ ਦਾ, ਉਹ ਚਿੱਠੀ ਹੈਨਰੀ ਨੂੰ ਲਿਖਦਾ। ਚਿੱਠੀ 'ਚ ਲਿਖਿਆ ਸੀ, ਭਰੋਵਾਲ ਦੀ ਸੁਲ੍ਹਾ ਅਨੁਸਾਰ ਲਾਹੌਰ ਵਿੱਚ ਰਹਿਣ ਵਾਲੇ ਅੰਗਰੇਜ਼ੀ ਰੈਜ਼ੀਡੈਂਟ ਨੂੰ ਰਾਜ ਪ੍ਰਬੰਧ
हर एक महकमे के सारे कामां विच पूरे पूरे अख्तियार हैं। ये गल चंगी है कि रेजिडेंट कौंसल के देसी मैंबरां नूं अपने नाल सहमत रखे, पर असल विच देसी मैंबर पूरी तरह ਉਹਦੇ अधीन ते आसरे थले ਹਨ। ਉਹ ਪਹਿਲੇ ਮੈਂਬਰਾਂ ਨੂੰ ਹਟਾ ਸਕਦਾ, ਉਹਨਾਂ ਦੀ ਥਾਂ ਤੇ ਨਵੇਂ ਹੋਰ ਰੱਖ ਸਕਦਾ। ਸ਼ਹਿਰੀ ਕੰਮਾਂ ਵਾਂਗ ਫੌਜੀ ਮਾਮਲਿਆਂ ਵਿੱਚ ਵੀ ਉਹਨੂੰ ਪੂਰੇ ਅਖਤਿਆਰ ਹਨ। ਸਾਰੇ ਪੰਜਾਬ ਵਿੱਚ ਕਿਸੇ ਵੀ ਥਾਂ ਤੋਂ ਸਿੱਖ ਫੌਜ ਹਟਾ ਕੇ ਉੱਥੇ ਅੰਗਰੇਜ਼ ਫੌਜ ਰੱਖ ਸਕਦਾ ਹੈ। ਇਹ ਗੱਲ ਪੱਕੀ ਕਰ ਦਿੱਤੀ ਗਈ ਕਿ ਕੋਈ ਵੀ ਕੁਝ ਵੀ ਕਰ ਸਕਦਾ ਸੀ। ਹੈਨਰੀ ਲਾਰੈਂਸ ਜਿਹੜੇ ਕੌਂਸਲ ਦੇ ਮੈਂਬਰ ਸਨ ਉਹਨਾਂ ਨੂੰ ਹਟਾ ਕੇ ਨਵੇਂ ਵੀ ਪਾ ਸਕਦਾ ਸੀ ਤੇ ਫੌਜ ਦੀ ਵੱਧ ਘੱਟ ਕਰ ਸਕਦਾ ਸੀ। ਜਿਸ ਜਗ੍ਹਾ ਦੇ ਉੱਤੇ ਖਾਲਸਾ ਫੌਜ ਨੂੰ ਹਟਾ ਕੇ ਉਸ ਜਗ੍ਹਾ ਦੇ ਉੱਤੇ ਅੰਗਰੇਜ਼ ਫੌਜ ਨੂੰ ਲਾ ਸਕਦਾ ਸੀ, ਉਹਦੀ ਮਰਜ਼ੀ ਸੀ। ਇਹਦੇ ਤੋਂ ਪਿੱਛੇ ਇੱਕ ਹੋਰ ਚਿੱਠੀ ਲਾਰਡ ਹਾਰਡਿੰਗ ਨੇ ਹੈਨਰੀ ਲਾਰੈਂਸ ਨੂੰ ਸਲਾਹ ਦਿੱਤੀ ਕਿ ਉਹ ਸਾਰੇ ਦੇਸੀ ਅਫਸਰਾਂ ਤੇ ਪੱਕਾ ਹੱਥ ਰੱਖੇ ਤੇ ਹਰ ਮਹਿਕਮੇ ਵਿੱਚ ਆਪਣਾ ਚੰਗਾ ਪ੍ਰਭਾਵ ਜਿਹੜਾ ਉਹ ਕਾਇਮ ਰੱਖੇ। ਇੰਨੀ ਦਿਨੀ ਤੇਜ ਸਿੰਘ ਦੇ ਕਤਲ ਕਰਨ ਦਾ ਇੱਕ ਸ਼ੜਯੰਤਰ ਰਚਿਆ ਗਿਆ, ਤੇਜ ਸਿੰਘ ਨੂੰ ਮਾਰਨ ਦਾ, ਜਿਸ ਵਿੱਚ ਪਰਮਾ ਤੇ ਮਹਾਰਾਣੀ ਦਾ ਸਕੱਤਰ ਦੋਵੇਂ ਫੜੇ ਗਏ। ਲਾਰੈਂਸ ਨੇ ਗੋਂਦ ਦਾ ਮੋਢੀ ਭਾਵ ਇਸ ਸ਼ੜਯੰਤਰ ਦਾ ਮੋਢੀ ਮਹਾਰਾਣੀ ਜਿੰਦ ਕੌਰ ਨੂੰ ਮੰਨਿਆ, ਪਰ ਹਾਰਡਿੰਗ ਨੇ ਮੁਕੱਦਮੇ ਦੀ ਪੜਤਾਲ ਕਰਕੇ ਮਹਾਰਾਣੀ ਨੂੰ ਨਿਰਦੋਸ਼ ਮੰਨਿਆ ਤੇ ਪਰਮੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। 7 ਅਗਸਤ 1847 ਈਸਵੀ ਨੂੰ ਲਾਰੈਂਸ ਨੇ ਇੱਕ ਵੱਡਾ ਦਰਬਾਰ ਕੀਤਾ, ਜਿਹਦੇ ਵਿੱਚ ਰਾਜ ਸੇਵਾ ਬਦਲੇ ਕੁਝ ਸਰਦਾਰਾਂ ਨੂੰ ਖਿਤਾਬ ਦਿੱਤੇ ਗਏ। ਇਹਨਾਂ ਸਰਦਾਰਾਂ ਵਿੱਚ ਕੌਮੀ ਗਦਾਰ ਤੇਜ ਸਿੰਘ ਵੀ ਸੀ, ਜਿਸ ਨੂੰ ਰਾਜੇ ਦਾ ਖਿਤਾਬ ਮਿਲਣਾ ਸੀ। ਇਸ ਦਿਨ ਮਹਾਰਾਜਾ ਦਲੀਪ ਸਿੰਘ ਦਰਬਾਰ ਵਿੱਚ ਦੇਰ ਨਾਲ ਪਹੁੰਚਿਆ। ਸਿੱਖ ਦਰਬਾਰ ਵਿੱਚ ਇਹ ਮਰਿਆਦਾ ਚੱਲੀ ਆਉਂਦੀ ਸੀ ਕਿ ਜਿਸ ਸਰਦਾਰ ਨੂੰ ਰਾਜ ਦਾ ਖਿਤਾਬ ਦਿੱਤਾ ਜਾਂਦਾ ਉਹਨੂੰ ਮਹਾਰਾਜੇ ਆਪਣੇ ਹੱਥੀਂ ਤਿਲਕ ਲਾਉਂਦਾ। ਲਾਰੈਂਸ ਨੇ ਮਹਾਰਾਜੇ ਨੂੰ ਤੇਜ ਸਿੰਘ ਦੇ ਮੱਥੇ 'ਚ ਤਿਲਕ ਲਾਉਣ ਵਾਸਤੇ ਕਿਹਾ ਤਾਂ ਉਹਨੇ ਆਪਣੇ ਛੋਟੇ ਛੋਟੇ ਹੱਥ ਪਿੱਛੇ ਕਰ ਲਏ ਤੇ ਤਿਲਕ ਲਾਉਣ ਤੋਂ ਮਹਾਰਾਜਾ ਦਲੀਪ ਸਿੰਘ ਨੇ ਨਾ ਕਰ ਦਿੱਤੀ, ਕਿਉਂਕਿ ਪਤਾ ਸੀ ਸਾਰਿਆਂ ਨੂੰ ਕਿ ਇਹਨਾਂ ਨੇ ਗਦਾਰੀ ਕੀਤੀ ਆ। ਫਿਰ ਇੱਕ ਗ੍ਰੰਥੀ ਕੋਲੋਂ ਤੇਜ ਸਿੰਘ ਦਾ ਤਿਲਕ ਲਾਇਆ ਗਿਆ ਤੇ ਰਸਮ ਇਹ ਪੂਰੀ ਕੀਤੀ ਗਈ। ਉਸੇ ਸ਼ਾਮ ਨੂੰ ਇਸ ਖੁਸ਼ੀ ਵਿੱਚ ਆਤਿਸ਼ਬਾਜ਼ੀ ਚਲਾਈ ਗਈ, ਪਰ ਮਹਾਰਾਜਾ ਦਲੀਪ ਸਿੰਘ ਨੇ ਵੇਖਣ ਵਾਸਤੇ ਨਾ ਆਇਆ। ਇਹ ਸਾਰੀ ਸਿਖਾਵਟ ਉਹਨੂੰ ਮਹਾਰਾਣੀ ਨੇ ਦਿੱਤੀ ਸੀ, ਸਾਰੀ ਸਿਖਾਇਆ ਸੀ ਮਹਾਰਾਣੀ ਨੇ। ਮੰਨਿਆ ਗਿਆ ਕਿ ਮਹਾਰਾਣੀ ਨੇ ਇਹ ਉਹਨੂੰ ਸਿਖਾ ਕੇ ਭੇਜਿਆ ਸੀ। ਸੋ ਹਾਰਡਿੰਗ ਤੇ ਲਾਰੈਂਸ ਮੁੱਢ ਤੋਂ ਹੀ ਮਹਾਰਾਣੀ ਦੇ ਵਿਰੋਧੀ ਸਨ। ਉਹ ਕਿਸੇ ਐਸੇ ਸਮੇਂ ਦੀ ਭਾਲ ਵਿੱਚ ਸੀ ਜਦੋਂ ਮਹਾਰਾਣੀ ਨੂੰ ਸਜ਼ਾ ਦੇ ਸਕਣ ਜਿੰਦ ਕੌਰ ਨੂੰ। 16 ਦਸੰਬਰ 1846 ਈਸਵੀ ਨੂੰ ਹਾਰਡਿੰਗ ਦੀ ਕਰੀ ਵੱਲ ਲਿਖੀ ਹੋਈ ਗੁਪਤ ਚਿੱਠੀ ਉਹਦੇ 'ਚ ਲਿਖਿਆ ਸੀ ਕਿ ਜੇ ਕੋਈ ਗੱਲ ਬਹਿਸ ਵਾਲੀ ਆ ਤਾਂ ਉਹ ਹੈ ਰਾਣੀ ਨੂੰ ਬਿੱਲੇ ਲਾਉਣ ਦੀ, ਪਾਸੇ ਲਾਉਣ ਦੀ। ਅਸੀਂ ਇਸ ਗੱਲ ਤੇ ਸਹਿਮਤ ਹਾਂ ਤੇ ਇਹ ਗੱਲ ਬਿਲਕੁਲ ਯੋਗ ਹੈ ਕਿ ਰਾਣੀ ਦੇ ਹੱਥ ਵਿੱਚ ਕਾਰ ਮੁਖਤਿਆਰ ਦੀ ਹੈਸੀਅਤ ਵਿੱਚ ਕੋਈ ਤਾਕਤ ਨਾ ਰਹੇ। ਉਹਦੀ ਰਿਹਾਇਸ਼ ਦੀ ਥਾਂ ਦਾ ਫੈਸਲਾ ਕਰਨ ਵੇਲੇ ਨਵੇਂ ਰਾਜ ਪ੍ਰਬੰਧ ਦੇ ਵਿਰੁੱਧ ਮਹਾਰਾਣੀ ਵੱਲੋਂ ਹੋਣ ਵਾਲੀਆਂ ਰਾਜਸੀ ਸ਼ਾਸਤਾਂ ਦੇ ਆਧਾਰ ਤੇ ਉਹਨੂੰ ਉਹਦੇ ਪੁੱਤਰ ਤੋਂ ਵੱਖਰਾ ਕਰ ਦੇਣ ਦੇ ਵਿਰੁੱਧ ਇਤਰਾਜ਼ ਹੋ ਸਕਦਾ ਹੈ, ਕਿਉਂਕਿ ਆਖਿਆ ਜਾ ਸਕਦਾ ਕਿ ਲੋਕਾਂ ਦੀ ਇਸ ਨਾਲ ਹਮਦਰਦੀ ਵੀ ਹੋ ਜਾਏਗੀ ਕਿ ਮਹਾਰਾਣੀ ਨੂੰ ਉਸ ਵੱਲੋਂ ਹੋਏ ਕਿਸੇ ਰਾਜਸੀ ਗੁਨਾਹ ਤੋਂ ਪਹਿਲੋਂ ਦੀ ਸਜ਼ਾ ਦੇ ਦਿੱਤੀ ਗਈ ਹੈ। ਮੇਰਾ ਖਿਆਲ ਹੈ ਕਿ ਉਹ ਪੰਜਾਬ ਦੇ ਵਿੱਚ ਕਿਸੇ ਹੋਰ ਥਾਂ ਨਾਲੋਂ ਲਾਹੌਰ ਵਿੱਚ ਘੱਟ ਖਤਰਨਾਕ ਹੋਏਗੀ। ਜੇ ਉਹ ਕੁਝ ਔਖਿਆਂ ਕਰਨ ਲੱਗ ਪਏ ਤੇ ਉਹਨੂੰ ਦੇਸ਼ ਨਿਕਾਲਾ ਦੇਣ ਯੋਗ ਹੋ ਜਾਏਗਾ ਤਾਂ ਜ਼ਰੂਰ ਉਸਨੂੰ ਸਤਲੁਜ ਤੋਂ ਪਾਰ ਭੇਜ ਦਿੱਤਾ ਜਾਏਗਾ। ਸੋ ਇਹ ਗੱਲ ਵਿਉਂਤ ਗੁੰਦੀ ਗਈ ਕਿ ਮਹਾਰਾਣੀ ਨੂੰ ਦਲੀਪ ਸਿੰਘ ਤੋਂ ਵੱਖਰਾ ਕਰ ਦਿੱਤਾ ਜਾਵੇ। ਜਿੱਥੇ ਪਹਿਲਾਂ ਇਹ ਸਲਾਹ ਹੀ ਹੋ ਰਹੀਆਂ ਸੀ, ਉੱਥੇ ਲਿਹਾਜ਼ ਤੇ ਨਿਆਂ ਦੀ ਆਸ ਰੱਖਣਾ ਬੇਸਮਝੀ ਹੈ। ਤੇਜ ਸਿੰਘ ਦੇ ਤਿਲਕ ਵੇਲੇ ਮਹਾਰਾਜੇ ਦੀ ਨਾਂਹ ਮਹਾਰਾਣੀ ਦੇ ਵਿਰੁੱਧ ਮਾਰੂ ਹਥਿਆਰ ਬਣ ਕੇ ਵਰਤੀ ਗਈ। ਲਾਰੈਂਸ ਨੇ ਮਹਾਰਾਣੀ ਨੂੰ 4000 ਮਾਹਵਾਰ ਭਾਵ 2.5 ਲੱਖ ਦੀ ਥਾਂ 48,000 ਸਾਲਾਨਾ ਦੇਣਾ ਸ਼ੁਰੂ ਕਰ ਦਿੱਤਾ ਤੇ ਸ਼ੇਖੂਪੁਰੇ ਦੇ ਕਿਲੇ ਦੇ ਵਿੱਚ ਭੇਜਣ ਦਾ ਹੁਕਮ ਦੇ ਦਿੱਤਾ। ਇਹ ਦੁਖਦਾਈ ਹੁਕਮ ਸੁਣਨ ਬਦਲੇ ਮਹਾਰਾਣੀ ਦਾ ਭਰਾ ਹੀਰਾ ਸਿੰਘ ਉਹਦੇ ਕੋਲ ਗਿਆ। ਸੁਣ ਕੇ ਮਹਾਰਾਣੀ ਨੇ ਬੜੇ ਧੀਰਜ ਤੇ ਗੰਭੀਰਤਾ ਨਾਲ ਅੱਗੋਂ ਉੱਤਰ ਦਿੱਤਾ ਕਿ ਜਿਸ ਵਿੱਚ ਅੰਗਰੇਜ਼ਾਂ ਨੂੰ ਭਲਾਈ ਸਮਝੇ ਮੈਂ ਉਹ ਕੁਛ ਕਰਨ ਨੂੰ ਤਿਆਰ ਹਾਂ। ਮਹਾਰਾਣੀ ਨੂੰ ਸ਼ੇਖੂਪੁਰੇ ਭੇਜ ਦਿੱਤਾ ਗਿਆ। 18 ਅਗਸਤ 1847 ਈਸਵੀ ਦੀ ਸ਼ਾਮ ਨੂੰ ਦਰਬਾਰ ਹੋਇਆ, ਜਿਸ ਵਿੱਚ ਲਾਰੈਂਸ ਨੇ ਮਹਾਰਾਜੇ ਨੂੰ ਘੋੜੇ ਤੇ ਸੈਰ ਵਾਸਤੇ ਜਾਣ ਲਈ ਕਿਹਾ। ਮਹਾਰਾਜਾ ਹੈਰਾਨ ਤਾਂ ਹੋਇਆ, ਪਰ ਬਿਨਾਂ ਕੁਛ ਕਹੇ ਗੁਲਾਬ ਸਿੰਘ ਅਟਾਰੀ ਵਾਲਾ ਤੇ ਕੁਝ ਹੋਰ ਸਰਦਾਰ ਨਾਲ ਤੁਰ ਪਏ। ਸ਼ਾਲਾਮਾਰ ਬਾਗ ਕੋਲ ਪੁੱਜੇ ਤੇ ਹਨੇਰਾ ਹੋ ਜਾਣ ਕੇ ਮਹਾਰਾਜੇ ਨੇ ਘੋੜਾ ਸ਼ਹਿਰ ਵੱਲ ਨੂੰ ਮੋੜਿਆ।
ਗੁਲਾਬ ਸਿੰਘ ਨੇ ਕਿਹਾ ਕਿ ਕੀ ਆਪ ਸ਼ਹਿਰ ਨੂੰ ਮੁੜ ਕੇ ਸਾਡਾ ਨੱਕ ਵਢਾਓਗੇ? ਲਾਰੈਂਸ ਸਾਹਿਬ ਦਾ ਹੁਕਮ ਹੈ ਕਿ ਮੈਂ ਆਪ ਨਾਲ ਛਾਲਾ ਮਾਰ ਤੱਕ ਜਾਵਾਂ। ਇਹ ਸੁਣ ਕੇ ਮਹਾਰਾਜੇ ਦਿਲ ਵਿੱਚ ਬੜਾ ਦੁੱਖ ਅਨੁਭਵ ਕੀਤਾ ਤੇ ਗੁਲਾਬ ਸਿੰਘ ਦੇ ਨਾਲ ਤੁਰ ਪਿਆ। ਬਾਗ ਵਿੱਚ ਜਦੋਂ ਪੁੱਜੇ ਤੇ ਉੱਥੇ ਆਪਣੇ ਨੌਕਰ ਚਾਕਰ ਤੇ ਰਾਤ ਕੱਟਣ ਦਾ ਸਾਰਾ ਸਮਾਨ ਵੇਖ ਕੇ ਮਹਾਰਾਜਾ ਜਿਹੜਾ ਸੀ ਦਲੀਪ ਸਿੰਘ ਅਚਰਜ ਹੋ ਗਿਆ, ਹੈਰਾਨ ਹੋ ਗਿਆ। ਉਹਨੇ ਮੂੰਹੋਂ ਤਾਂ ਕੁਛ ਨਹੀਂ ਕਿਹਾ, ਪਰ ਰਾਤ ਨੂੰ ਖਾਧਾ ਪੀਤਾ ਕੁਛ ਨਹੀਂ। ਦਿਨ ਚੜੇ ਵਾਪਸ ਕਿਲੇ 'ਚ ਮੁੜਿਆ ਤਾਂ ਮਹਾਰਾਜੇ ਨੂੰ ਪਤਾ ਲੱਗਾ ਕਿ ਉਹਦੀ ਮਾਂ ਜਿਹੜੀ ਸ਼ੇਖੂਪੁਰੇ ਦੇ ਵਿੱਚ ਨਜ਼ਰਬੰਦ ਕਰਕੇ ਭੇਜ ਦਿੱਤੀ ਗਈ ਹੈ। ਇਸ ਗਮ ਦੇ ਵਿੱਚ ਮਹਾਰਾਜੇ ਦਾ ਦਿਲ ਟੁੱਟ ਗਿਆ। ਉਹਨੇ ਪਹਿਲੇ ਨਿਵਾਸ ਸਥਾਨ ਸੰਮਣ ਬੁਰਜ ਵਿੱਚ ਰਹਿਣ ਤੋਂ ਨਾ ਕਰ ਦਿੱਤੀ ਤੇ ਤਖਤ ਗਾਹ ਦੇ ਉੱਪਰਲੇ ਕਮਰਿਆਂ ਵਿੱਚ ਰਹਿਣ ਲੱਗਾ। ਗੁਲਾਬ ਸਿੰਘ ਟਾਰੀਵਾਲਾ ਹਰ ਵੇਲੇ, ਖਾਸ ਕਰਕੇ ਸੌਣ ਵੇਲੇ ਨੂੰ ਮਹਾਰਾਜੇ ਦੇ ਕੋਲ ਰਹਿੰਦਾ ਸੀ। ਹੁਣ ਮਹਾਰਾਣੀ ਜਿੰਦ ਕੌਰ ਨੂੰ ਸ਼ੇਖੂਪੁਰੇ ਭੇਜ ਦਿੱਤਾ ਤੇ ਮਹਾਰਾਜਾ ਲਾਹੌਰ ਵਿੱਚ ਹੈ। 19 ਅਗਸਤ 1847 ਈਸਵੀ ਨੂੰ ਮਹਾਰਾਣੀ ਸ਼ੇਖੂਪੁਰੇ ਦੇ ਕਿਲੇ ਵਿੱਚ ਪਹੁੰਚਾਈ ਗਈ। ਲਾਹੌਰੋਂ ਤੁਰ ਲੱਗਿਆ ਉਹਨੇ ਰੈਜੀਡੈਂਟ ਨੂੰ ਮਿਲਣ ਦੀ ਬੇਨਤੀ ਕੀਤੀ, ਪਰ ਲਾਰੈਂਸ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਜੇ ਉਹ ਚਾਹੇ ਤਾਂ ਆਪਣੇ ਗਹਿਣੇ ਨਾਲ ਲੈ ਕੇ ਜਾ ਸਕਦੀ ਹੈ। ਸੋ ਮਹਾਰਾਣੀ ਗਹਿਣੇ ਨਾਲ ਲੈ ਗਈ। ਸ਼ੇਖੂਪੁਰੇ 'ਚ ਉਹਦੀ ਰਾਖੀ ਦਾ ਭਾਰ ਸਰਦਾਰ ਬੂੜ ਸਿੰਘ ਨੂੰ ਸੌਂਪਿਆ ਗਿਆ। ਅਗਲੇ ਦਿਨ ਗਵਰਨਰ ਜਨਰਲ ਦਾ ਇੱਕ ਐਲਾਨ ਨਿਕਲਿਆ, ਲਾਹੌਰ ਦਰਬਾਰ ਤੇ ਸਰਕਾਰ ਅੰਗਰੇਜ਼ੀ ਵਿੱਚ ਮਿੱਤਰਤਾ ਹੈ। ਬਾਲਕ ਮਹਾਰਾਜੇ ਦੀ ਸਿੱਖਿਆ ਵਾਸਤੇ ਸਦਾ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਲਈ ਗਵਰਨਰ ਜਨਰਲ ਨੂੰ ਇਹ ਲੋੜ ਭਾਸੀ ਹੈ ਕਿ ਮਹਾਰਾਜੇ ਨੂੰ ਉਹਦੀ ਮਾਂ ਤੋਂ ਵੱਖ ਰੱਖਿਆ ਜਾਵੇ। ਇਸ ਕਾਰਨ ਮਹਾਰਾਣੀ ਲਾਹੌਰੋਂ ਸ਼ੇਖੂਪੁਰੇ ਭੇਜ ਦਿੱਤੀ ਗਈ ਹੈ। ਡਾਢਾ ਜੋ ਕਹੇ ਸੋ ਸੱਤ ਹੈ, ਨਹੀਂ ਤਾਂ ਭਲਾ ਕੋਈ ਕੀ ਪੁੱਛੇ। ਮਹਾਰਾਣੀ ਸ਼ੇਖੂਪੁਰੇ ਘੱਲੀ ਗਈ ਤੇ ਉਹ ਲਾਹੌਰ ਰਹਿ ਕੇ ਮਹਾਰਾਜੇ ਦੀ ਵਿਦਿਆ 'ਚ ਵਿਘਨ ਪਾਉਂਦੀ ਹੈ। ਪਰ ਉਹਦੀ ਪੈਨਸ਼ਨ 1.5 ਲੱਖ ਸਾਲਾਨਾ ਦੀ ਥਾਂ ਘਟਾ ਕੇ ਇਹਨਾਂ ਨੇ 48,000 ਸਾਲਾਨਾ ਜਿਹੜੀ ਸੀ ਉਹ ਕਰ ਦਿੱਤੀ। ਭਰੋਵਾਲ ਦੀ ਸੁਲਾਹ ਦੇ ਵਿੱਚ ਅਜਿਹੀ ਕੋਈ ਵੀ ਸ਼ਰਤ ਨਹੀਂ ਸੀ ਕਿ ਮਹਾਰਾਣੀ ਜਿੰਦ ਕੌਰ ਦੀ ਜਿਹੜੀ ਹੈ ਤਨਖਾਹ ਉਹ ਘਟਾ ਦਿੱਤੀ ਜਾਵੇ। ਏਦਾਂ ਦੀ ਕੋਈ ਗੱਲ ਨਹੀਂ ਸੀ ਕੀਤੀ ਗਈ, ਪਰ ਫਿਰ ਵੀ 48,000 ਸਾਲਾਨਾ ਸਿਰਫ ਕਰ ਦਿੱਤੀ ਗਈ। ਇਹ ਸੈਦਨਾਮੇ ਦੇ ਉੱਤੇ ਪੱਕਾ ਕਰ ਲਿਆ ਗਿਆ, ਕਿਉਂਕਿ ਹਾਰਡਿੰਗ ਨੇ ਲਾਰੈਂਸ ਨੂੰ ਸਾਰੇ ਹੱਕ ਦਿੱਤੇ ਸਨ। ਉਹ ਕੁਝ ਵੀ ਕਰ ਸਕਦਾ ਸੀ, ਪੈਨਸ਼ਨ ਘਟਾ ਵੀ ਸਕਦਾ ਸੀ, ਵਧਾ ਵੀ ਸਕਦਾ ਸੀ। ਇਹਦੇ ਨਾਲ ਹੀ ਇਸ ਘਟਨਾ ਤੋਂ ਕੌਂਸਲ ਦੇ ਮੈਂਬਰ ਅੱਗੇ ਨਾਲੋਂ ਵਧੇਰੇ ਦੱਬ ਗਏ ਤੇ ਹਰ ਕੰਮ ਦੇ ਵਿੱਚ ਰੈਜੀਡੈਂਟ ਤੋਂ ਪੁੱਛ ਕੇ ਕਰਨ ਲੱਗੇ। ਉਹਨਾਂ ਨੂੰ ਇਹ ਸੀ ਕਿ ਜੇ ਰਾਣੀ ਨਾਲ ਏਦਾਂ ਹੋ ਸਕਦਾ ਤੇ ਸਾਡੇ ਨਾਲ ਵੀ ਕੁਝ ਵੀ ਵਾਪਰ ਸਕਦਾ। ਰੈਜੀਡੈਂਟ ਆਪ ਲਿਖਦਾ ਕਿ ਸਮੁੱਚੇ ਤੌਰ ਤੇ ਦਰਬਾਰ ਮੇਰੀ ਇੰਨੀ ਮਦਦ ਕਰਦਾ ਹੈ ਕਿ ਜਿੰਨੀ ਦੀ ਮੈਂ ਆਸ ਨਹੀਂ ਰੱਖ ਸਕਦਾ। ਉਹ ਆਪ ਮਾਲਕ ਬਣਨ ਵਾਸਤੇ ਹੱਥ ਪੈਰ ਮਾਰਦੇ ਰਹੇ, ਪਰ ਮੈਂ ਸਾਰਿਆਂ ਨਾਲ ਮਿਲਣਸਾਰ ਸਾਂ ਤੇ ਕੋਈ ਘਟਨਾ ਜੋ ਮੇਰੀਆਂ ਨਜ਼ਰਾਂ ਵਿੱਚ ਠੀਕ ਨਾ ਹੋਵੇ ਪੜਤਾਲ ਬਿਨਾਂ ਨਹੀਂ ਹੋਣ ਦਿੰਦਾ। ਕੌਂਸਲ ਦੇ ਮੈਂਬਰ ਸਹਿਜ ਸਹਿਜ ਸਿੱਧੇ ਰਾਹ ਤੇ ਆ ਰਹੇ ਹਨ ਤੇ ਉਹ ਸਾਰੀਆਂ ਗੱਲਾਂ ਵਿੱਚ ਮੇਰੀ ਸਲਾਹ ਲੈਂਦੇ ਹਨ। ਸਹੀ ਅਰਥਾਂ ਵਿੱਚ ਉਹਨਾਂ ਕੰਮਾਂ ਦੇ ਹਾਕਮ ਹਨ ਜਿਹੜੇ ਉਹਨਾਂ ਨੂੰ ਕਰਨ ਵਾਸਤੇ ਕਹੇ ਜਾਣ। ਇਹ ਗੱਲ ਲਿਖਦਾ ਹੈ ਇਹ ਹੈਨਰੀ ਲਾਰੈਂਸ ਖੁਦ ਆਪ। ਫਿਰ 23 ਅਕਤੂਬਰ 1847 ਨੂੰ ਗਵਰਨਰ ਜਨਰਲ ਹਾਰਡਿੰਗ ਜਿਹੜਾ ਸੀ ਲਾਹੌਰ ਦੇ ਰੈਜੀਡੈਂਸ ਨੂੰ ਇੱਕ ਹੋਰ ਚਿੱਠੀ ਲਿਖਦਾ ਹੈ। ਉਹਦੇ ਵਿੱਚ ਉਹ ਲਿਖਦਾ ਕਿ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਦਲੀਪ ਸਿੰਘ ਜਿਹੜਾ ਨਾਬਾਲਿਗ ਆ, ਪਰ 1846 ਈਸਵੀ ਦੀ ਸੁਲ੍ਹਾ ਅਨੁਸਾਰ ਸਿੱਖ ਰਾਜ ਬਿਲਕੁਲ ਸੁਤੰਤਰ ਨਹੀਂ ਹੈ। ਪਹਿਲੀ ਸ਼ਰਤ ਜੋ ਮੈਂ ਵਧਾਈ ਸੀ ਅਨੁਸਾਰ ਰਾਜ ਦਾ ਸਿਰਤਾਜ ਨਾ ਲੜਾਈ ਕਰ ਸਕਦਾ ਹੈ, ਨਾ ਸੁਲ੍ਹਾ, ਨਾ ਰਾਜ ਦੀ ਚੱਪਾ ਭਰ ਭੋਂ ਵੇਚ ਸਕਦਾ ਹੈ, ਨਾ ਵਟਾ ਸਕਦਾ ਹੈ, ਨਾ ਕਿਸੇ ਯੂਰਪੀਅਨ ਅਫਸਰ ਨੂੰ ਰੱਖ ਸਕਦਾ ਹੈ, ਨਾ ਹੀ ਸਾਨੂੰ ਆਪਣੇ ਮੁਲਕ ਦੀ ਲੰਘਣ ਤੋਂ ਰੋਕ ਸਕਦਾ ਹੈ। ਇਹ ਇਹਨਾਂ ਨੇ ਪਹਿਲੇ ਹੀ ਹੱਥ ਵੱਢ ਲਏ ਸਨ। ਸੱਚ ਇਹ ਹੈ ਕਿ ਸਾਡੀ ਆਗਿਆ ਤੋਂ ਬਿਨਾਂ ਕੁਝ ਵੀ ਨਹੀਂ ਕੋਈ ਕਰ ਸਕਦਾ ਹੁਣ ਪੰਜਾਬ ਦੇ ਵਿੱਚ। ਅਸਲ 'ਚ ਦੇਸੀ ਸ਼ਹਿਜ਼ਾਦੇ ਨੂੰ ਬੇੜੀਆਂ ਪਾ ਦਿੱਤੀਆਂ ਗਈਆਂ ਸਨ। ਦਲੀਪ ਸਿੰਘ ਨੂੰ ਉਹ ਸਾਡੀ ਰਾਖੀ ਵਾਸਤੇ ਹੈ ਤੇ ਉਸ ਨੂੰ ਸਾਡਾ ਕਿਹਾ ਕਰਨਾ ਹੀ ਪੈਂਦਾ ਹੈ। ਮੈਂ ਇੰਨੀ ਛੇਤੀ ਕਹਿੰਦਾ ਇਸ ਗੱਲ ਵੱਲ ਕੀਤਾ ਇਸ਼ਾਰਾ ਕੀਤਾ ਹੈ ਕਿ ਤੁਹਾਡਾ ਮੇਰਾ ਤੇ ਤੁਹਾਡੇ ਨਾਲ ਜਿਹੜੇ ਗੱਲੇ ਮਤਭੇਦ ਹੈ ਜੋ ਆਪ ਅਗੇਤਰਾ ਹੀ ਆਪਣੇ ਖੁੱਲੇ ਦਿਲ ਨਾਲ ਸਿੱਖ ਕਰਮਚਾਰੀ ਨੂੰ ਆਪਣੇ ਪੈਰਾਂ ਤੇ ਖਲੋਣਾ ਸਿਖਾ ਰਹੇ ਹੋ। ਮੈਂ ਚਾਹੁੰਦਾ ਹਾਂ ਕਿ ਉਹ ਸਾਡੇ ਸਿੱਧੇ ਦਖਲ ਨੂੰ ਸਾਡੀ ਮਿਹਰਬਾਨੀਆਂ ਸਮਝ ਕੇ ਪਸੰਦ ਕਰਨ। ਭਾਵ ਕਿ ਉਹਨਾਂ ਨੂੰ ਇਹੋ ਜਿਹਾ ਦਬਾਓ ਕਿ ਜੇ ਉਹਨਾਂ ਨੂੰ ਮਾੜੀ ਜਿਹੀ ਵੀ ਖੁੱਲ੍ਹ ਦੇਵੇ ਤੇ ਉਹ ਕਹਿਣ ਵੀ ਇਹ ਬਹੁਤ ਤੁਹਾਡੀ ਮਿਹਰਬਾਨੀ ਹੈ। ਇਸੇ ਪ੍ਰਕਾਰ ਇਹਨਾਂ ਦਿਨਾਂ ਦੇ ਵਿੱਚ ਹੈਨਰੀ ਲਾਰੈਂਸ ਦੀ ਅਰੋਗਤਾ ਕੁਝ ਵਿਗੜ ਗਈ
ਤੇ ਉਹਨੇ ਆਪਣੇ ਅਹੁਦੇ ਤੋਂ ਛੁੱਟੀ ਲੈ ਲਈ। ਨਵਾਂ ਰੈਜ਼ੀਡੈਂਟ ਫੈਡਰਿਕ ਕਰੀ ਅਜੇ ਲਾਹੌਰ ਪੁੱਜਾ ਹੀ ਨਹੀਂ ਸੀ। ਇਸ ਵਾਸਤੇ ਹੈਨਰੀ ਲਾਰੈਂਸ ਦੀ ਥਾਂ ਉਹਦਾ ਭਰਾ ਜਿਹੜਾ ਸੀ ਜੌਨ ਲਾਰੈਂਸ, ਇਹਦਾ ਨਾਮ ਹੈ, ਇਹਦਾ ਭਰਾ ਸੀ ਜੌਨ ਲਾਰੈਂਸ, ਉਹਨੂੰ ਕੰਮ ਕਰਨ ਲੱਗ ਪਿਆ ਇਹਦੀ ਜਗ੍ਹਾ ਦੇ ਉੱਤੇ। ਇਸੇ ਸਮੇਂ ਹਾਰਡਿੰਗ ਦੀ ਮਿਆਦ ਵੀ ਪੂਰੀ ਹੋ ਗਈ ਤੇ ਉਹਦੀ ਥਾਂ ਤੇ ਮਾਰਕੁਈ ਸਾਵ ਡਲਹੌਜੀ ਇਹ ਗਵਰਨਰ ਜਨਰਲ ਬਣਿਆ। ਡਲਹੌਜੀ ਆ ਗਿਆ। ਜਾਂਦੇ ਹੋਏ ਲਾਰਡਿੰਗ ਨੇ ਡਲਹੌਜੀ ਨੂੰ ਕਿਹਾ ਸੀ ਕਿ ਆਉਂਦੇ 7 ਵਰ੍ਹਿਆਂ ਤੱਕ ਹਿੰਦੁਸਤਾਨ ਵਿੱਚ ਇੱਕ ਗੋਲੀ ਚਲਾਉਣ ਦੀ ਵੀ ਲੋੜ ਨਹੀਂ ਪਵੇਗੀ। ਦੇਖੋ ਕਿੰਨਾ ਉਹ ਆਪਣੇ ਜਾਣ ਲੱਗਿਆ ਗੱਲ ਪੱਕੀ ਕਰਕੇ ਗਿਆ ਕਿ ਆਉਣ ਵਾਲੇ 7 ਵਰ੍ਹਿਆਂ ਤੱਕ, 7 ਸਾਲਾਂ ਤੱਕ ਕਹਿੰਦਾ ਹਿੰਦੁਸਤਾਨ 'ਚ ਗੋਲੀ ਚਲਾਉਣ ਦੀ ਲੋੜ ਨਹੀਂ ਪੈਗੀ। ਅਸੀਂ ਇਹਨਾਂ ਅਧੀਨ ਲੋਕਾਂ ਨੂੰ ਆਪਣੇ ਕਰ ਲਿਆ, ਪੰਜਾਬ ਨੂੰ ਇਹਨਾਂ ਅਧੀਨ ਕਰ ਲਿਆ। 1848 ਈਸਵੀ ਦੇ ਚੜ੍ਹਦਿਆਂ ਹੀ ਦੋਵੇਂ ਮਿੱਤਰ ਹੈਨਰੀ ਹਾਰਡਿੰਗ ਅਤੇ ਹੈਨਰੀ ਲਾਰੈਂਸ ਕਲਕੱਤੇ ਤੋਂ ਵਲਾਇਤ ਨੂੰ ਰਵਾਨਾ ਹੋ ਗਏ। ਹੈਨਰੀ ਹਾਰਡਿੰਗ ਵੀ ਚਲਾ ਗਿਆ ਤੇ ਲਾਰੈਂਸ ਵੀ ਵਾਪਸ ਚਲੇ ਗਏ। ਇੱਕ ਪੰਜਾਬ ਦਾ ਗਵਰਨਰ ਸੀ, ਇੱਕ ਹਿੰਦੁਸਤਾਨ ਦਾ ਗਵਰਨਰ ਸੀ। ਹੁਣ ਉਹਨਾਂ ਦੀ ਜਗ੍ਹਾ ਤੇ ਨਵੇਂ ਆ ਗਏ। ਹਿੰਦੁਸਤਾਨ ਦਾ ਗਵਰਨਰ ਬਣ ਗਿਆ ਹੈ ਮਾਰਕ ਆਫ ਡਲਹੌਜੀ, ਜਿਹਨੂੰ ਕਿਹਾ ਜਾਂਦਾ, ਜਿਹਨੇ ਡਲਹੌਜੀ ਸ਼ਹਿਰ ਸ਼ਿਮਲੇ 'ਚ ਵਸਾਇਆ, ਇਹ ਡਲਹੌਜੀ ਬਣ ਗਿਆ। ਤੇ ਦੂਸਰਾ ਪੰਜਾਬ ਦਾ ਜਿਹੜਾ ਸੀ ਉਹ ਨਵਾਂ ਜਿਹੜਾ ਜਿਹਨੇ ਪ੍ਰਬੰਧ ਸੰਭਾਲਿਆ ਉਹਦਾ ਨਾਮ ਸੀ ਫੈਡਰਿਕ ਕਰੀ। ਇਹ ਜਿਹੜਾ ਸੀ ਡਲਹੌਜੀ 12 ਜਨਵਰੀ 1848 ਈਸਵੀ ਨੂੰ ਕਲਕੱਤੇ ਆਇਆ। 21 ਜਨਵਰੀ ਨੂੰ ਇਹਨੇ ਦਫ਼ਤਰ ਦਾ ਆਪਣਾ ਕੰਮ ਸੰਭਾਲ ਲਿਆ ਤੇ ਪੰਜਾਬ ਦਾ ਨਵਾਂ ਰੈਜ਼ੀਡੈਂਟ ਫੈਡਰਿਕ ਕਰੀ ਬਣਿਆ। 6 ਮਾਰਚ 1848 ਈਸਵੀ ਨੂੰ ਇਹ ਲਾਹੌਰ ਪੁੱਜਾ ਤੇ 9 ਮਾਰਚ ਨੂੰ ਇਹਨੇ ਦਫ਼ਤਰ ਦਾ ਕੰਮ ਸੰਭਾਲ ਲਿਆ ਸਾਰੇ ਦਾ ਸਾਰਾ। ਇਸ ਤੋਂ ਬਾਅਦ ਕਿਵੇਂ ਸਾਧ ਸੰਗਤ ਮੂਲ ਰਾਜ ਦੀ ਬਗਾਵਤ ਹੁੰਦੀ ਹੈ, ਮੁਲਤਾਨ ਦੀ ਬਗਾਵਤ ਹੁੰਦੀ ਹੈ, ਇਹ ਜਿਹੜੀਆਂ ਗੱਲਾਂ ਆਪਾਂ ਅੱਗੇ ਵਿਚਾਰਾਂਗੇ। ਸੋ ਇੱਥੇ ਹੀ ਆਪਾਂ ਕਲਾਸ ਨੂੰ ਵਿਸ਼ਰਾਮ ਦਈਏ। ਇੱਥੇ ਸਮਾਪਤੀ ਹੈ। ਹੁਣ ਲਾਹੌਰ ਦੇ ਉੱਪਰ ਕਰੀਬ ਅੰਗਰੇਜ਼ਾਂ ਦਾ ਪੂਰਾ ਹੀ ਜਿਹੜਾ ਕਬਜ਼ਾ ਹੋ ਚੁੱਕਾ ਹੈ। ਆਪਣੇ ਅਧੀਨ ਕਰਕੇ ਮਹਾਰਾਣੀ ਨੂੰ ਤੇ ਮਹਾਰਾਜੇ ਨੂੰ ਵੱਖ ਕਰ ਦਿੱਤਾ ਇੱਕ ਦੂਜੇ ਤੋਂ। ਮਹਾਰਾਣੀ ਨੂੰ ਸ਼ੇਖੂਪੁਰੇ ਭੇਜ ਦਿੱਤਾ ਤੇ ਦਲੀਪ ਸਿੰਘ ਨੂੰ ਉਹ ਜਿਹੜਾ ਹੈ ਲਾਹੌਰ ਕਿਲੇ ਦੇ ਵਿੱਚ ਹੀ ਹੈ ਦਲੀਪ ਸਿੰਘ, ਬਹਾਨਾ ਲਾਇਆ ਗਿਆ ਕਿ ਇਹਦੀ ਪੜ੍ਹਾਈ 'ਚ ਵਿਘਨ ਪੈਂਦਾ ਹੈ, ਇਸ ਕਰਕੇ ਮਹਾਰਾਣੀ ਨੇ ਵੱਖ ਕੀਤਾ। ਫਿਰ ਅੰਗਰੇਜ਼ ਅੱਗੇ ਕੀ ਚਾਲਾਂ ਚੱਲਦੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਵਿਚਾਰਾਂਗੇ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਮਾਪਤੀ ਹੈ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।